ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ, ਸਾਧੁ ਜਨਾ ਕੀ ਅਚਰਜ ਕਥਾ। ਅਤਾ ਬਖਸ਼ਿਓ ਪਾਕ ਪਰਵਰਦੀਗਾਰ, ਰਹੀ ਮਸਤ ਰੋਜ਼ੀ ਦਿਓ ਹਰ ਦਇਆ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਬ੍ਰਹਮ ਗਿਆਨੀ ਮਹਾਤਮਾ ਮਹਾਂਪੁਰਸ਼ ਬਾਬਾ ਬੁੱਢਾ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਇੱਥੇ ਮਹਾਨ ਸਾਲਾਨਾ ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀਨ ਹੋ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਦਮ ਬੋਸੀ ਕਰਨ ਵਾਲੇ ਮਹਾਤਮਾ ਗੁਰੂ ਹਰਗੋਬਿੰਦ ਸਾਹਿਬ ਤਾਈਂ ਛੇਆਂ ਪਾਤਸ਼ਾਹੀਆਂ ਦੇ ਪਾਸ ਰਹਿ ਕਰਕੇ ਸੇਵਾ ਕੀਤੀ, ਸਿੱਖ ਜਗਤ ਦੀ ਫੁਲਬਾੜੀ ਨੂੰ ਪ੍ਰਫੁੱਲਤ ਕਰਨ ਲਈ ਪ੍ਰਚਾਰ ਪ੍ਰਸਾਰ ਕੀਤਾ। ਔਰ ਅੱਜ ਦੇ ਦਿਨ ਉਸ ਬ੍ਰਹਮਵੇਤੇ ਮਹਾਤਮਾ ਨੇ ਮਾਤਾ ਗੰਗਾ ਜੀ ਨੂੰ ਗੁਰਤਾ ਗੱਦੀ ਦੇ ਅਗਲੇ ਵਾਰਸ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਾਜ਼ ਦਾ ਵਰ ਦਿੱਤਾ। ਆਓ ਉਸ ਮਹਾਂਪੁਰਸ਼ ਦੀ ਵਡਿਆਈ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਗਾ ਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਗੁਰਬਾਣੀ ਦਾ ਫੁਰਮਾਨ ਹੈ, ਧੰਨ ਧੰਨ ਤੇ ਧੰਨ ਜਨ, ਜਿਹ ਕਿਰਪਾਲ ਹਰ ਹਰ ਭਇਓ। ਹਰ ਗੁਰ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਦੁਹੂ ਥੇ ਰਹਿਓ। ਮਨੁੱਖਤਾ ਦੇ ਅੰਦਰ ਉਸ ਦੇ ਵੱਡੇ ਭਾਗ ਸਮਝੋ ਜਿਨ੍ਹਾਂ ਗੁਰੂ ਨਾਨਕ ਦੇ ਅਕਾਲ ਪੁਰਖ ਦੇ ਸਰਗੁਣ ਸਰੂਪ ਦੇ ਨੇਤਰਾਂ ਨਾਲ ਦੀਦਾਰੇ ਕੀਤੇ, ਫਿਰ ਸੇਵਾ ਕੀਤੀ ਔਰ ਪਰਮ ਪਦਵੀ ਨੂੰ ਹਾਸਲ ਕੀਤਾ, ਮੁਕਤੀ ਨੂੰ ਹਾਸਲ ਕੀਤਾ, ਅਮਰਾ ਪਦ ਪਾਇਆ। ਸਰੀਰ ਮਿਟ ਗਿਆ ਲੇਕਿਨ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਗੂੰਜੇਗਾ। ਗੁਰੂ ਨਾਨਕ ਦੇ ਦਰ ਤੇ ਸੇਵਾ ਕਰਨ ਵਾਲਿਆਂ ਲਈ 3 ਵਾਰ ਧੰਨ ਲਫ਼ਜ਼ ਵਰਤਿਆ ਹੈ ਗੁਰੂ ਗ੍ਰੰਥ ਸਾਹਿਬ ਨੇ। ਉਹ ਮਹਾਂਪੁਰਸ਼ ਧੰਨਤਾ ਦੇ ਯੋਗ ਨੇ ਔਰ ਸਦਾ ਹੀ ਉਹਨਾਂ ਦੀ ਵਡਿਆਈ ਕੀਰਤੀ ਰਹੇਗੀ। ਬਾਬਾ ਬੁੱਢਾ ਜੀ ਜਿਸ ਬੁਲੰਦ ਹਸਤੀ ਦੇ ਮਾਲਕ ਨੇ, ਉਹ ਚੰਮ ਦੀ ਜ਼ੁਬਾਨ ਨਾਲ ਉਹਨਾਂ ਦੇ ਗੀਤ ਗਾ ਕੇ ਅੰਤ ਪਾ ਲੈਣਾ, ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਬੜਾ ਮੁਸ਼ਕਿਲ ਹੈ। ਸਾਧੂ ਦੀ ਸੋਭਾ ਐਸੀ ਅਗੰਮੀ ਹੈ। ਬਾਣੀ ਦਾ ਫੁਰਮਾਨ ਹੈ, ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ। ਕਿਤਨੇ ਵੀ ਉਹਦੇ ਗੀਤ ਗਾਓ, ਇੱਥੇ ਕਈ ਰਾਗੀ ਢਾਡੀ ਆਏ, ਕਥਾਵਾਚਕ ਆਏ ਨੇ, ਆਉਣਾ ਹੈ, ਪਰ ਚੰਮ ਦੀ ਜ਼ੁਬਾਨ ਨਾਲ ਉਹਨਾਂ ਮਹਾਂਪੁਰਸ਼ਾਂ ਦੀ ਵਡਿਆਈ ਦਾ ਅੰਤ ਪਾ ਲੈਣਾ ਇਹ ਮੁਸ਼ਕਲ ਹੈ। ਇੱਕ ਇੰਗਲਿਸ਼ ਦਾ ਟੀਕਾਕਾਰ ਕਹਿੰਦਾ ਹੈ, there is no limit
ਆਫ ਦਾ ਗਲੋਰੀ ਆਫ ਦਾ ਸੇਂਟਸ, ਮਹਾਂਪੁਰਸ਼ਾਂ ਦੀ ਵਡਿਆਈ ਇਤਨੀ ਬੁਲੰਦ ਹੈ, ਉਹਦਾ ਅੰਤ ਪਾ ਲੈਣਾ, ਪਾਰਲਾ ਕੰਢਾ ਲੱਭ ਲੈਣਾ ਕਹਿੰਦੇ ਬੜਾ ਮੁਸ਼ਕਲ ਹੈ। ਸਾਧ ਕੀ ਸ਼ੋਭਾ ਊਚ ਤੇ ਉੱਚੀ, ਸਾਧ ਕੀ ਸ਼ੋਭਾ ਮੂਚ ਤੇ ਮੂਚੀ, ਬੜੀ ਉੱਚੀ ਸ਼ੋਭਾ ਹੈ। ਮੂਚ ਤੇ ਮੂਚੀ ਦਾ ਭਾਵ ਹੈ ਜਿਤਨੀ ਬਿਆਨ ਕਰੋਗੇ ਉਹਦੇ ਨਾਲੋਂ ਬਹੁਤਾਤ ਵਿੱਚ ਹੈ। ਭਾਈ ਸਾਹਿਬ ਭਾਈ ਨੰਦ ਲਾਲ ਆਪਣੀਆਂ ਗਜ਼ਲਾਂ ਦੇ ਵਿੱਚ ਫਾਰਸੀ ਦੇ ਇਹ ਅਲਫਾਜ਼ ਪ੍ਰਗਟ ਕਰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀਆਂ 'ਚੋਂ ਸਿਰਮੌਰ ਕਵੀ ਨੇ। ਕਹਿੰਦੇ ਕੀਸਟ ਗੋਇਆ ਜ਼ਾਕਿਰੇ ਨਾਮੇ ਖੁਦਾ, ਹਮ ਚੂ ਖੁਰਸ਼ੈਦੇ ਜਹਾਂ ਰਖਸ਼ਿੰਦ ਏਮ। ਕਹਿੰਦੇ ਪਰਮਾਤਮਾ ਦਾ, ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਦਾ ਸਿਮਰਨ ਕਰਨ ਵਾਲਾ ਮਹਾਤਮਾ ਮਹਾਪੁਰਸ਼ ਪਤਾ ਕੈਸਾ ਹੈ? ਤੇ ਸਿੱਖਾਂ ਪੁੱਛਿਆ ਜੀ ਦੱਸੋ ਕੈਸਾ ਹੈ? ਲਫ਼ਜ਼ ਵਰਤਿਆ ਖੁਰਸ਼ੈਦੇ, ਸੂਰਜ ਨੂੰ ਕਹਿੰਦੇ ਨੇ। ਅਕਾਲ ਪੁਰਖ ਦੇ ਗੁਰੂ ਨਾਨਕ ਦੇ ਗੀਤ ਗਾਉਣ ਵਾਲਾ, ਸੇਵਾ ਕਰਨ ਵਾਲਾ ਦੁਨੀਆ ਦੇ ਉੱਤੇ ਸੂਰਜ ਵਰਗੀ ਚਮਕ ਰੱਖਦਾ ਹੈ। ਤੇ ਸੂਰਜ ਨੂੰ ਕੌਣ ਨਹੀਂ ਜਾਣਦਾ? ਇੱਦਾਂ ਹੀ ਬਾਬਾ ਬੁੱਢਾ ਸਾਹਿਬ ਨੂੰ ਇਸ ਰੂਹੇ ਜ਼ਮੀਨ ਤੇ ਕਿਹੜਾ ਸਿੱਖ ਨਹੀਂ ਜਾਣਦਾ? ਇਹ ਗੁਰੂ ਨਾਨਕ ਦੇ ਗੀਤ ਗਾਉਣੇ, ਉਹਦੇ ਦਰ ਤੇ ਸੇਵਾ ਕਰਨ ਦਾ ਫਲ ਹੈ। ਖੁਰਸ਼ੈਦ ਵਾਂਗੂ, ਸੂਰਜ ਵਾਂਗੂ ਚਮਕ ਹੋ ਜਾਂਦੀ ਆ ਦੁਨੀਆ ਤੇ। ਵੇਖੋ ਪਰਮਾਤਮਾ ਦਾ ਜਸ ਬੇਅੰਤ ਹੈ। ਬੰਦਗੀ ਕਰਕੇ ਕੋਈ ਸਾਧੂ ਪਰਮਾਤਮਾ ਵਿੱਚ ਅਭੇਦ ਹੋ ਜਾਵੇ ਤੇ ਉਹ ਵੀ ਬੇਅੰਤ ਰੂਪ ਹੋ ਜਾਂਦਾ ਹੈ। ਜੋ ਨਦੀ ਸਾਗਰ ਵਿੱਚ ਮਿਲ ਗਈ, ਉਹਦਾ ਦਾਇਰਾ ਸਾਗਰ ਵਰਗਾ ਹੋ ਗਿਆ। ਸਾਧ ਕੀ ਸ਼ੋਭਾ ਸਾਧ ਬਨ ਆਈ ਨਾਨਕ, ਸਾਧ ਪ੍ਰਭ ਭੇਦ ਨਾ ਭਾਈ। ਜਦੋਂ ਨਦੀ ਸਾਗਰ ਵਿੱਚ ਮਿਲ ਗਈ ਫਿਰ ਫਰਕ ਨਹੀਂ ਰਹਿੰਦਾ। ਜਦੋਂ ਸਾਧੂ ਗੁਰੂ ਨਾਨਕ ਦੇ ਗੀਤ ਗਾ ਕੇ ਉਹਦੇ ਚਰਨਾਂ 'ਚ ਅਭੇਦ ਹੋ ਗਿਆ, ਫਿਰ ਵੈਸੀ ਹੀ ਵਡਿਆਈ ਮਹਾਂਪੁਰਸ਼ ਦੀ ਹੋ ਗਈ ਜੈਸੀ ਗੁਰੂ ਨਾਨਕ ਦੀ ਹੈ, ਪਰਮੇਸ਼ਵਰ ਦੀ ਹੈ। ਐਸੇ ਮਹਾਤਮਾ ਹੋਏ ਨੇ ਜਿਨ੍ਹਾਂ ਨਾਮਦਾਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਪਾਸੋਂ ਲਿਆ, ਔਰ ਅਵਸਥਾ ਇਹ ਬਣਾ ਲਈ ਜਿਵੇਂ ਬਾਣੀ ਦੇ ਵਿੱਚ ਆਉਂਦਾ ਹੈ ਨਾ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ, ਗੁਰ ਮੁਖ ਹਰ ਲਹੀਐ। ਜੇ ਜਾਗਦੇ ਨੇ, ਉੱਠੇ ਨੇ, ਰੱਬ ਦੇ ਗੀਤ ਗਾਉਂਦੇ ਨੇ, ਕਿਤੇ ਬੈਠੇ ਨੇ ਰੱਬ ਦੀ ਬਾਤ ਪਾਉਂਦੇ ਨੇ, ਕਿਤੇ ਅੱਖ ਲੱਗ ਜਾਂਦੀ ਹੈ ਤੇ ਨਾਮ ਹੀ ਬੁੜਬੜਾਉਂਦੇ ਨੇ। ਇਹ ਅਵਸਥਾ ਤੇ ਜਿਨ੍ਹਾਂ ਦੀ ਏਡੀ ਉੱਚੀ ਉਡਾਰੀ ਹੋ ਜਾਵੇ ਨਾਮ ਜਪਣ ਦੇ ਵਿੱਚ, ਗੁਰਮੁਖ ਹਰ ਲਹੀਐ, ਉਹੀ ਖੁਦਾ ਨੂੰ ਮਿਲੇ ਤੇ ਗੁਰਮੁਖ ਅਖਵਾਏ। ਐਸੇ ਮਹਾਨ ਬਾਬਾ ਬੁੱਢਾ ਜੀ ਹੋਏ ਨੇ। 7 ਕੱਤਕ 1563 ਬਿਕਰਮੀ ਸੰਮਤ। ਇੱਕ ਬਾਲਕ ਦਾ ਆਗਾਜ਼ ਭਾਈ ਸੁੱਖਾ ਰੰਧਾਵਾ ਜੀ ਦੇ ਗ੍ਰਹਿ ਵਿਖੇ ਮਾਤਾ ਗੌਰਾਂ ਦੀ ਕੁੱਖ ਤੋਂ ਪਿੰਡ ਕੱਥੂ ਨੰਗਲ ਹੁੰਦਾ ਹੈ। ਨਾਮ ਬੂੜਾ ਰੱਖਿਆ ਜਾਂਦਾ ਹੈ। ਕੁੱਲ ਦਾ ਜ਼ਿਕਰ ਇਸ ਲਈ ਕਰਦੇ ਹਾਂ ਕਿਉਂਕਿ ਬਾਣੀ ਨੇ ਇਹ ਮੋਹਰ ਲਾਈ ਹੈ ਵੀ ਜਿਸ ਕੁੱਲ ਵਿੱਚ ਮਹਾਂਪੁਰਸ਼ ਆਵੇਗਾ ਉਹ ਧਨ ਹੋ ਜਾਵੇਗੀ। ਧਨ ਸੋ ਵੰਸ਼, ਧਨ ਸੋ ਪਿਤਾ, ਧਨ ਸੋ ਮਾਤਾ ਜਿਨ ਜਨ ਜਣੇ। ਜਨ ਫਾਰਸੀ ਦਾ ਲਫ਼ਜ਼ ਹੈ, ਭਾਵ ਹੁੰਦਾ ਹੈ ਇਸਤਰੀ। ਤੇ ਸੰਤ ਕੌਣ ਨੇ? ਰੱਬ ਦੀਆਂ ਘਰ ਵਾਲੀਆਂ, ਖੁਦਾਇਆ ਨੂੰ ਜਿਨ੍ਹਾਂ ਸਿਰ ਦਾ ਮਾਲਕ ਬਣਾ ਲਿਆ ਹੈ, ਜਿਨ੍ਹਾਂ ਨੂੰ ਰੱਬ ਨੇ ਖਸਮਾਨੇ ਵਿੱਚ ਲੈ ਲਿਆ। ਜੇ ਇਹਦਾ ਸੰਸਕ੍ਰਿਤ ਵਿੱਚ ਅਰਥ ਕਰੋ ਤੇ ਜਨ ਦਾ ਮਤਲਬ ਹੁੰਦਾ ਹੈ ਮਹਾਂਪੁਰਸ਼, ਮਹਾਤਮਾ। ਕਹਿੰਦੇ ਧਨ ਨੇ ਉਹ ਜਿਹੜੇ ਰੱਬ ਦੇ ਗੀਤ ਗਾ ਕੇ ਜਨ ਬਣੇ,
ਔਰ ਜਿਸ ਮਾਈ ਦੀ ਕੁੱਖ ਚੋਂ ਉਹ ਪੈਦਾ ਹੋਏ ਉਸ ਮਾਈ ਦੀ ਵੀ ਸ਼ੋਭਾ, ਉਹਨਾਂ ਦੀ ਕੁੱਲ ਦੀ ਵੀ ਸ਼ੋਭਾ, ਉਹਨਾਂ ਦੇ ਬਾਪ ਦੀ ਵੀ ਸ਼ੋਭਾ। ਇੰਗਲਿਸ਼ ਦਾ ਟੀਕਾਕਾਰ ਲਿਖਦਾ ਹੈ, ਕਹਿੰਦਾ ਬਲੈਸਡ ਇਜ਼ ਦਾ ਐਨਸੈਸਟਰੀ, ਸਾਰੀ ਕੁੱਲ ਧਨ ਜਿੱਥੇ ਮਹਾਪੁਰਸ਼ ਦਾ ਆਗਾਜ਼ ਹੋ ਜਾਵੇ। ਬਲੈਸਡ ਇਜ਼ ਦਾ ਮਦਰ, ਬਲੈਸਡ ਇਜ਼ ਦਾ ਫਾਦਰ, ਮਾਈ ਬਾਪ ਉਹਨਾਂ ਦੇ ਧਨ ਨੇ ਜਿਨ੍ਹਾਂ ਦੇ ਕਾਰਨ ਸਤਿਪੁਰਸ਼ਾਂ ਦਾ ਦੁਨੀਆ ਤੇ ਆਗਾਜ਼ ਹੁੰਦਾ ਹੈ। ਨਾਲ ਡੈਫੀਨੇਸ਼ਨ ਦੇ ਦਿੱਤੀ, ਜਨ ਕੌਣ ਹੈ, ਸੰਤ ਕੌਣ ਹੈ, ਜਿਨ ਸਾਸ ਗਿਰਾਸ ਧਿਆਇਆ ਮੇਰਾ ਹਰ ਹਰ, ਸੇ ਸਾਚੀ ਦਰਗਹਿ ਹਰ ਜਨ ਬਣੇ। ਜਿਨ੍ਹਾਂ ਹਰ ਸਾਹ ਨਾਲ ਗੁਰੂ ਨਾਨਕ ਦੇ ਖੁਦਾ ਦੇ ਗੀਤ ਗਾਏ, ਉਹ ਦਰਗਾਹ ਵਿੱਚ ਕਬੂਲ ਹੋਏ, ਉਹ ਮਹਾਪੁਰਸ਼ ਅਖਵਾਏ ਨੇ। ਬਚਪਨ ਤੋਂ ਹੀ ਬੁੱਧੀ ਬੜੀ ਤੇਜ਼ ਹੈ, ਬੜੀ ਸ਼ਾਤਰ ਹੈ, ਬੜਾ ਗੰਭੀਰ ਜਿਹਾ ਸੁਭਾਅ ਹੈ, ਇਕਾਂਤ ਪਸੰਦ ਕਰਦੇ ਨੇ, ਪਿਤਾ ਦਾ ਕਿਰਤ ਵਿੱਚ ਹੱਥ ਵਡਾਉਂਦੇ ਨੇ, ਡੰਗਰ ਚਾਰਨ ਲਈ ਕਹਿਣ ਤੇ ਚਾਰਦੇ ਨੇ, ਖੇਤੀ ਵਿੱਚ ਹੱਥ ਵੰਡਾਉਣ ਲਈ ਕਹਿਣ ਤੇ ਕਰਦੇ ਨੇ। ਕੁਝ ਬਚਪਨ ਦਾ ਸਮਾਂ ਕੱਥੂ ਨੰਗਲ ਬੀਤਿਆ, ਫਿਰ ਮਾਤਾ ਪਿਤਾ ਦੇ ਨਾਲ ਰਮਦਾਸ ਆ ਗਏ, ਉੱਥੇ ਕੁਝ ਸਮਾਂ ਬਤੀਤ ਕੀਤਾ। ਅਕਾਲ ਪੁਰਖ ਦੇ ਪਹਿਲੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਪਾਵਨ ਧਰਤੀ ਤੇ ਭਾਈ ਬੂੜਾ ਨੂੰ ਮਿਲਦੇ ਨੇ। ਪਿਆਰੇ ਭਾਈ ਮਰਦਾਨਾ ਜੀ ਨਾਲ ਨੇ, ਭਾਈ ਬਾਲਾ ਜੀ ਨਾਲ ਨੇ, ਰੱਬ ਦੇ ਗੀਤ ਗਾਏ ਜਾ ਰਹੇ ਨੇ। ਤੇ ਇਹ ਬਾਲਕ ਬੂੜਾ ਆ ਕੇ ਮਿਲਦਾ ਹੈ। ਬੜੇ ਵੱਡੇ ਭਾਗ ਹੋਣ, ਗੁਰੂ ਨਾਨਕ ਸਾਹਿਬ ਮਿਲਣਗੇ। ਧੰਨ ਧੰਨ ਵੱਡ ਭਾਗ ਗੁਰ ਸਰਣੀ ਆਏ, ਹਰ ਗੁਰ ਮਿਲ ਦਰਸ਼ਨ ਪਾਇਆ। ਤੇ ਜਿਨ੍ਹਾਂ ਨੂੰ ਗੁਰੂ ਨਾਨਕ ਮਿਲ ਗਿਆ, ਸਮਝ ਲਓ ਹਰੀ ਦਾ ਦਰਸ਼ਨ ਹੋ ਗਿਆ, ਕਿਉਂਕਿ ਉਹ ਆਪ ਹਰੀ ਦਾ ਸਰੂਪ ਨੇ। ਬਾਣੀ 'ਚ ਹੀ ਆਉਂਦਾ ਹੈ ਨਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਖੁਦਾਇਆ ਹੈ। ਗੁਰੂ ਨਾਨਕ ਸਾਹਿਬ ਦੇ ਪਾਸ ਬੜੀਆਂ ਬਜ਼ੁਰਗੀ ਨਾਲ ਭਰੀਆਂ ਸਿਆਣਪ ਵਾਲੀਆਂ ਬਾਤਾਂ ਕੀਤੀਆਂ। ਮਹਾਰਾਜ ਨੂੰ ਬੜੇ ਵਿਵੇਕ ਵੈਰਾਗ ਦੇ ਸਵਾਲ ਪੁੱਛੇ, ਮੌਤ ਬਾਬਤ ਬਾਤਾਂ ਪਾਈਆਂ। ਤੇ ਗੁਰੂ ਨਾਨਕ ਸਾਹਿਬ ਸਹਿ ਸੁਭਾਅ ਕਹਿੰਦੇ, ਤੁਹਾਡੀ ਉਮਰ ਛੋਟੀ ਹੈ, ਗੱਲਾਂ ਬੁੱਢਿਆਂ ਵਾਲੀਆਂ ਕਰਦੇ ਹੋ। ਕੋਈ 12-13 ਵਰ੍ਹਿਆਂ ਦੀ ਉਮਰ ਸੀ। ਦੇਖੋ, ਧਰਮ ਦੀ ਦੁਨੀਆ ਵਿੱਚ ਇੱਕ ਗੱਲ ਤੇ ਤੈਅ ਹੈ, ਬੁਢਾਪੇ ਨਾਲ ਸਿਆਣਪ ਨਹੀਂ ਮੰਨੀ ਗਈ। ਜੇ ਤੁਸੀਂ ਆਖੋ ਨਾ ਵੀ ਇਹ ਬਜ਼ੁਰਗ ਨੇ 70 ਵਰ੍ਹੇ ਦੁਨੀਆ ਵਿੱਚ ਵਿਚਰ ਕੇ ਵੇਖਿਆ, ਇਹਨੂੰ ਬੜੀ ਸਿਆਣਪ ਹੈ, ਕੋਈ ਕਾਰ ਵਿਵਹਾਰ ਕਰਨਾ ਤੇ ਬਾਪੂ ਦੀ ਰਾਏ ਲੈ ਲਓ, ਸੰਸਾਰ ਵਿੱਚ ਵਿਚਰਿਆ ਹੈ, ਕਾਮਯਾਬੀ ਮਿਲੇਗੀ। ਅਧਿਆਤਮਕ ਦੁਨੀਆ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਵੀ ਉਹ ਫਲਾਣੇ ਬਾਪੂ ਨੂੰ ਪੁੱਛ ਲਓ ਵੀ ਮੰਜ਼ਿਲ ਤੇ ਕਿਵੇਂ ਪਹੁੰਚਣਾ ਹੈ, ਗੁਰੂ ਨਾਨਕ ਤੱਕ ਕਿਵੇਂ ਪਹੁੰਚਣਾ ਹੈ। ਅਧਿਆਤਮਕ ਦੁਨੀਆ ਵਿੱਚ ਬਜ਼ੁਰਗੀ ਚੌਂਕੜੇ ਨਾਲ ਹੈ, ਬੰਦਗੀ ਨਾਲ ਹੈ, ਇਬਾਦਤ ਨਾਲ ਹੈ। ਜੇ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹਿਆ ਹੈ ਤੇ ਉਹਦੇ ਵਿੱਚ ਜ਼ਿਕਰ ਮਿਲੇਗਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। 5 ਵਰ੍ਹਿਆਂ ਦਾ ਧਰੂ ਭਗਤ ਹੈ। ਮਹਾਰਾਜ ਕਹਿੰਦੇ ਜੇ ਅਕਲ ਸਿੱਖਣੀ ਹੈ ਨਾ ਰੱਬ ਨੂੰ ਪਾਉਣ ਦੀ, ਤੇ ਇੱਦਾਂ ਜਪ ਜਿੱਦਾਂ ਧਰੂ ਪ੍ਰਹਿਲਾਦ ਨੇ ਜਪਿਆ ਹੈ। ਜਦੋਂ ਕਦੇ ਭਾਈ ਨੰਦ ਲਾਲ ਨੂੰ ਪੜ੍ਹੋ, ਉਹਨਾਂ ਬੜਾ ਸੁੰਦਰ ਜ਼ਿਕਰ ਕੀਤਾ ਫਾਰਸੀ ਵਿੱਚ, ਬਸ ਬਜ਼ੁਰਗੀ ਹਸਤੇ ਅੰਦਰ ਯਾਦ ਊ, ਯਾਦ ਊ ਕੁਨ ਯਾਦ ਊ ਕੁਨ ਯਾਦ ਊ, ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਵਰਨਾ ਆਖਰ ਮੇ ਕਸ਼ੀ ਸ਼ਰਮੰਦਗੀ। ਕਹਿੰਦੇ ਇਸ ਤੋਂ ਪਹਿਲਾਂ ਕਿ ਧੌਲੇ ਆ ਜਾਣ, ਜਰਾ ਹਾਵੀ ਹੋ ਜਾਵੇ, ਮੌਤ ਸਿਰ ਤੇ ਆਣ ਖਲੋਵੇ, ਖੁਰਾ ਖੋਜ ਮਿਟਾ ਦੇਵੇ, ਰੱਬ ਦੇ ਗੀਤ ਗਾ ਤੇ ਬਜ਼ੁਰਗ ਹੋ ਜਾ। ਇੱਥੇ ਭਾਵ ਹੈ ਗੁਣਾਂ ਦੇ ਸਹਿਤ ਹੋ ਜਾ, ਸਤ ਸੰਤੋਖ ਦਇਆ ਧਰਮ ਗੁਣਾਂ ਨੂੰ ਧਾਰ ਲੈ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪੜ੍ਹਦੇ ਹੋ ਨਾ,
ਮਹਾਰਾਜ ਨੇ ਇਹ ਗੱਲ ਸਾਫ਼ ਕਹੀ ਹੈ ਵੀ ਰੱਬ ਉਸ ਨੂੰ ਮਿਲਿਆ ਹੈ ਜਿਨ੍ਹੇ ਬਾਲਕਾਂ ਵਰਗੀ ਨਿਰਮਲ ਬੁੱਧੀ ਹਾਸਲ ਕੀਤੀ ਹੈ। ਹੁਣ ਬੱਚਿਆਂ ਦੀ ਬੁੱਧੀ ਬੜੀ ਪਾਕ ਹੁੰਦੀ ਹੈ, ਨਾ ਕਾਮ ਨਾ ਕ੍ਰੋਧ ਨਾ ਲੋਭ ਨਾ ਹੰਕਾਰ। ਤੇ ਕਦੇ ਗਲੀ ਮਹੱਲੇ ਲੜ ਵੀ ਪੈਣ, ਗੁੱਸਾ ਆ ਵੀ ਜਾਵੇ ਤੇ 5 ਮਿੰਟਾਂ 'ਚ ਗੁੱਸਾ ਲੈ ਜਾਂਦਾ ਹੈ। ਕੋਈ ਵੈਰ ਵਿਰੋਧ ਨਹੀਂ, ਕੋਈ ਕਾਮ ਵਾਸ਼ਨਾ ਨਹੀਂ। ਕਹਿੰਦੇ ਜਿਹੜਾ ਇਸ ਅਵਸਥਾ ਤੇ ਪਹੁੰਚੇਗਾ, ਬਾਲ ਬੁੱਧ ਨੂੰ ਹਾਸਲ ਕਰੇਗਾ, ਉਹ ਪਰਮੇਸ਼ਵਰ ਤਾਈਂ ਪਹੁੰਚੇਗਾ। ਬਾਬਾ ਧੰਨਾ ਇੱਦਾਂ ਹੀ ਪਹੁੰਚਿਆ ਹੈ। ਬਾਣੀ ਦਾ ਹੀ ਫੁਰਮਾਨ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਧੰਨੈ ਸੇਵਿਆ ਬਾਲ ਬੁੱਧ। ਨਿਰਮਲ ਬੁੱਧੀ ਦੇ ਨਾਲ ਬਾਬੇ ਧੰਨੇ ਨੇ ਸੇਵਾ ਕੀਤੀ, ਅਕਾਲ ਪੁਰਖ ਪ੍ਰਗਟ ਹੋ ਗਿਆ। ਸੋ ਬੜੀ ਨਿਰਮਲ ਸਵੱਛ ਬੁੱਧੀ ਹੈ ਭਾਈ ਬੂੜੇ ਦੀ। ਪਰ ਅੱਜ ਗੁਰੂ ਨਾਨਕ ਸਾਹਿਬ ਦੇ ਗਲੂਏ ਚੋਂ ਨਿਕਲਿਆ ਬਾਤਾਂ ਬੁੱਢਿਆਂ ਵਾਲੀਆਂ ਕਰਦਾ ਹੈ ਤੇ ਦੁਨੀਆ ਤੇ ਬਾਬਾ ਬੁੱਢਾ ਸਾਹਿਬ ਕਰਕੇ ਉਹ ਪ੍ਰਗਟ ਹੋ ਗਏ। ਨਾਮਕਰਨ ਗੁਰੂ ਨਾਨਕ ਸਾਹਿਬ ਨੇ ਨਵਾਂ ਕਰ ਦਿੱਤਾ। ਇਹ ਨਾਮ ਪ੍ਰਚਲਿਤ ਹੋਇਆ ਥੋੜੇ ਸਮੇਂ ਬਾਅਦ ਹੀ ਨਾ, ਛੋਟੀ ਉਮਰੇ ਹੀ ਮਨ ਵਿੱਚ ਧਾਰ ਲਿਆ ਵੀ ਹੁਣ ਮੈਂ ਗੁਰੂ ਸਾਹਿਬ ਦੇ ਦਰ ਤੇ ਰਹਿ ਕੇ ਕਰਤਾਰਪੁਰ ਖੁਦ ਖੁਦਾ ਗੁਰੂ ਨਾਨਕ ਦੀ ਸੇਵਾ ਕਰਕੇ ਨਜ਼ਾਤ ਹਾਸਲ ਕਰਨੀ ਹੈ, ਮੁਕਤੀ ਪਾਉਣੀ ਹੈ, 84 ਦੇ ਬੰਧਨ ਕੱਟਣੇ ਨੇ, ਇਹ ਜੀਵਨ ਚੋਂ ਰੋਗ ਸੋਗ ਮਿਟਾਉਣੇ ਨੇ। ਇਹ ਧਾਰ ਕੇ ਕਰਤਾਰਪੁਰ ਚਲੇ ਗਏ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਵੱਡੇ ਭਾਗ ਗੁਰ ਸੇਵਹਿ ਆਪਣਾ ਭੇਦ ਨਾਹੀ ਗੁਰਦੇਵ ਮੁਰਾਰ। ਵੱਡੇ ਭਾਗ ਉਹਨਾਂ ਦੇ ਜਿਹੜੇ ਗੁਰੂ ਦੇ ਦਰ ਤੇ ਸੇਵਾ ਕਰਨ। ਮਹਾਰਾਜ ਕਹਿੰਦੇ ਮੁਰਾਰੀ ਭਾਵ ਅਕਾਲ ਪੁਰਖ ਅਤੇ ਗੁਰੂ ਵਿੱਚ ਫਰਕ ਕੋਈ ਨਹੀਂ ਹੈ। ਗੁਰੂ ਨਾਨਕ ਸਾਹਿਬ ਉਸ ਅਕਾਲ ਪੁਰਖ ਦਾ ਹੀ ਰੂਪ ਨੇ। ਕਰਤਾਰਪੁਰ ਸੇਵਾ ਕਰਨ ਬਾਬਾ ਜੀ। ਥੋੜਾ ਸਮਾਂ ਹੋਇਆ, ਜਵਾਨੀ ਚੜ੍ਹੀ ਤੇ ਮਾਤਾ ਪਿਤਾ ਦੀ ਇੱਛਾ ਸੀ ਵੀ ਹੁਣ ਗ੍ਰਸਤੀ ਹੋ ਜਾਓ। ਗ੍ਰਸਤ ਵਿੱਚ ਬੱਝਣਾ ਨਹੀਂ ਸੀ ਚਾਹੁੰਦੇ, ਪਰ ਆਪਣੇ ਮਾਤਾ ਪਿਤਾ ਦੇ ਬਚਨ ਨੂੰ ਵੀ ਨਾ ਮੋੜਿਆ। ਸਮਾਂ ਆਇਆ, ਮਾਤਾ ਪਿਤਾ ਦਾ ਹੁਕਮ ਮੰਨ ਕੇ ਬੀਬੀ ਮਿਰੋਆ ਦੇ ਨਾਲ ਸ਼ਾਦੀ ਕਰ ਲਈ। ਗੁਰੂ ਨਾਨਕ ਸਾਹਿਬ ਉਦੋਂ ਉਦਾਸੀਆਂ ਤੇ ਨਿਕਲੇ ਸਨ। ਕਾਹਦੇ ਲਈ ਨਿਕਲੇ ਨੇ ਤੁਸੀਂ ਜਾਣਦੇ ਹੋ। ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ। ਭੁੱਲੇ ਭਟਕਿਆਂ ਨੂੰ ਸਿੱਧੇ ਰਸਤੇ ਪਾਉਣ ਯਾਤਰਾਵਾਂ ਤੇ ਨਿਕਲੇ ਸਨ। ਹੁਣ ਬਾਬਾ ਬੁੱਢਾ ਜੀ ਦਾ ਵਿਆਹ ਸੀ, ਬਰਾਤ ਜਾਣੀ ਹੈ। ਗੁਰੂ ਨਾਨਕ ਸਾਹਿਬ ਦੀ ਜਗ੍ਹਾ ਤੇ ਗੁਰੂ ਨਾਨਕ ਮਹਾਰਾਜ ਦੇ ਦੋਨੋਂ ਦਿਲਬੰਦ ਫਰਜ਼ੰਦ ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਬਾਬਾ ਲਖਮੀ ਦਾਸ ਜੀ ਬਰਾਤ ਵਿੱਚ ਸ਼ਾਮਲ ਹੋਏ। ਤੁਸੀਂ ਵੇਖੋ ਬਾਬਾ ਬੁੱਢਾ ਜੀ ਦਾ ਕੈਸਾ ਰੁਤਬਾ ਹੋਵੇਗਾ। ਬਾਬਾ ਸ਼੍ਰੀ ਚੰਦ ਜੀ ਸੰਸਾਰ ਤੋਂ ਟੁੱਟ ਕੇ ਰਹੇ ਨੇ, ਨਿਰੰਕਾਰ ਵਾਲੇ ਪਾਸੇ ਜੁੜੇ ਰਹੇ ਨੇ। ਉਹਨਾਂ ਗੁਰੂ ਨਾਨਕ ਦਾ ਇਹ ਬਚਨ ਮੰਨਿਆ, ਨਾਨਕ ਕੈ ਘਰ ਕੇਵਲ ਨਾਮ। ਮੈਂ ਕਹਿੰਦੇ ਸੰਸਾਰ ਤੋਂ ਕੁਝ ਨਹੀਂ ਲੈਣਾ, ਸਮਾਧਾ ਠੀਕ ਹੈ, ਚੌਂਕੜਾ ਠੀਕ ਹੈ। ਫਿਰ ਵੀ ਦੁਨਿਆਵੀ ਕਾਰਜ ਵਿੱਚ ਸ਼ਾਮਲ ਹੋਏ ਬਾਬਾ ਬੁੱਢਾ ਜੀ ਦਾ ਸਤਿਕਾਰ ਇੰਨਾ ਕਰਦੇ ਨੇ ਜਿੰਨਾ ਸੰਸਾਰ ਦੀ ਕੋਈ ਕਾਰ ਨਹੀਂ ਕੀਤੀ, ਕੋਈ ਸੰਸਾਰੀ ਵਿਵਹਾਰ ਨਹੀਂ ਕੀਤਾ। ਉਹ ਇਸ ਸੰਸਾਰੀ ਪ੍ਰੋਗਰਾਮ ਵਿੱਚ ਸ਼ਾਮਲ ਹੋ ਗਏ। ਬਾਬਾ ਬੁੱਢਾ ਜੀ ਦੇ ਵਿਆਹ ਤੇ ਨਾਲ ਗਏ। ਕੁਝ ਸਮਾਂ ਬਾਬਾ ਬੁੱਢਾ ਜੀ ਵਿਆਹ ਕਰਵਾ ਕੇ ਰਮਦਾਸ ਰਹੇ। ਫਿਰ ਕਰਤਾਰਪੁਰ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਟਿਕ ਗਏ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰ ਉੱਤੇ ਸੇਵਾ ਕਰਦੇ ਨੇ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਨਾ, ਗੁਰੂ ਗ੍ਰੰਥ ਸਾਹਿਬ ਨੇ ਇੱਕ ਗੱਲ ਸਾਨੂੰ ਸਮਝਾਈ ਹੈ। ਕਈ ਕਹਿ ਦਿੰਦੇ ਜੀ ਗ੍ਰਸਤ ਮਹਾਨ ਹੈ, ਗੁਰਾਂ ਨੇ ਇੱਦਾਂ ਕਿਹਾ ਹੈ, ਪਰ ਉਹ ਇਹ ਭੁੱਲ ਜਾਂਦੇ ਨੇ ਵੀ ਬੀਬੀ ਨਾਲ ਵਿਆਹ ਕਰਵਾ ਲਿਆ ਤੇ ਜਾਂ ਬੀਬੀ ਨੇ ਮਰਦ ਵਿਆਹ ਲਿਆ, ਇਹ ਵਿਆਹ ਹੋਣ ਨਾਲ ਹੀ ਮਹਾਨ ਨਹੀਂ ਹੋ ਗਿਆ ਤੂੰ। ਨਾਲ ਇੱਕ ਸ਼ਰਤ ਰੱਖੀ ਗਈ ਹੈ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ, ਅਨ ਦਿਨ ਕੀਰਤਨ
ਕੇਵਲ ਬਖਿਆਨ ਗ੍ਰਸਤ ਮਹਿ ਸੋਈ ਨਿਰਮਾਨ। ਵਿਆਹ ਭਾਵੇਂ ਤੇਰਾ ਹੋ ਗਿਆ, ਜੇ ਦਿਨ ਰਾਤ ਸੇਵਾ ਸਿਮਰਨ ਕਰੇਗਾ ਤੇ ਨਜ਼ਾਤ ਮਿਲਣੀ ਹੈ। ਵਿਆਹ ਕਰਵਾਉਣ ਨਾਲ ਹੀ ਮੁਕਤੀ ਨਹੀਂ ਮਿਲ ਜਾਂਦੀ। ਬਾਬਾ ਬੁੱਢਾ ਜੀ ਨੇ ਇਹ ਸਿਧਾਂਤ ਨਹੀਂ ਛੱਡਿਆ, ਗੁਰੂ ਨੂੰ ਨਹੀਂ ਛੱਡਿਆ, ਸੇਵਾ ਸਿਮਰਨ ਨਹੀਂ ਛੱਡਿਆ। ਗੁਰੂ ਨਾਨਕ ਸਾਹਿਬ ਦੇ ਦਰ ਤੇ ਸੇਵਾ ਕਰਦੇ ਨੇ। ਤੁਸੀਂ ਇੱਕ ਬਚਨ ਪੜ੍ਹਦੇ ਹੋ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਮੈਂ ਸੰਖੇਪ ਵਿੱਚ ਹੀ ਉਹਨਾਂ ਦੀਆਂ ਸੇਵਾਵਾਂ ਬਾਰੇ ਦੱਸਾਂ ਤੁਹਾਨੂੰ। ਇੱਕ ਦਿਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪਣੀ ਜਗ੍ਹਾ ਬਾਬੇ ਲਹਿਣੇ ਨੂੰ ਆਪਣਾ ਅੰਗ ਬਣਾ ਕੇ ਗੁਰੂ ਅੰਗਦ ਸਾਹਿਬ ਬਣਾਇਆ। ਔਰ ਜਿਹੜੀ ਗੁਰਤਾ ਗੱਦੀ ਦੇ ਤਿਲਕ ਦੀ ਮਰਿਆਦਾ ਹੈ, ਹਜ਼ਾਰਾਂ ਲੱਖਾਂ ਸਿੱਖ ਨੇ ਗੁਰੂ ਨਾਨਕ ਦੇ ਘਰ ਦੇ ਸ਼ਰਧਾਲੂ, ਪਰ ਚੁਣਿਆ ਕੌਣ ਗਿਆ? ਇਹ ਪਾਕ ਸੇਵਾ ਬਾਬਾ ਬੁੱਢਾ ਜੀ ਨਿਭਾਉਣਗੇ। ਇਹਦਾ ਮਤਲਬ ਸਿਰਮੌਰ ਸਿੱਖ ਸਨ ਉਹ। ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਖਡੂਰ ਸਾਹਿਬ ਨੂੰ ਸਿੱਖੀ ਦੀ ਫੁਲਵਾੜੀ ਪ੍ਰਫੁੱਲਤ ਕਰਨ ਦਾ ਵੱਡਾ ਕੇਂਦਰ ਬਣਾਇਆ। ਮੁੜ ਸੁਰਜੀਤ ਕੀਤਾ, ਵੱਡੀ ਧਰਮਸ਼ਾਲਾ ਬਣਾਈ, ਔਰ ਉੱਥੇ ਜਿਹੜੀ ਗੁਰਮੁਖੀ ਲਿਪੀ ਹੈ ਉਹਦਾ ਪ੍ਰਚਾਰ ਪ੍ਰਸਾਰ ਸ਼ੁਰੂ ਕੀਤਾ ਤੇ ਉਹ ਸੇਵਾ ਸੌਂਪੀ ਗੁਰਮੁਖੀ ਲਿਪੀ ਪੜ੍ਹਾਉਣ ਦੀ ਬਾਬਾ ਬੁੱਢਾ ਜੀ ਨੂੰ। ਵਿਦਿਆ ਜਿਹੜੀ ਹੈ ਨਾ, ਚਾਹੇ ਦੁਨਿਆਵੀ ਹੈ ਚਾਹੇ ਅਧਿਆਤਮਕ ਹੈ, ਚਾਹੀਦੀਆਂ ਦੋਵੇਂ ਹੀ ਨੇ। ਮਹਾਰਾਜ ਕਹਿੰਦੇ ਨੇ, ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ੍ਹ ਪੜ੍ਹ ਪਾਵੈ ਮਾਣ। ਮੰਨ ਲਓ ਦੁਨਿਆਵੀ ਵਿਦਿਆ ਤੁਸੀਂ ਪੜ੍ਹੀ, ਅਫਸਰ ਲੱਗੋਗੇ, ਲੋਕ ਸਲੂਟ ਮਾਰਨਗੇ, ਤੁਹਾਡਾ ਅਦਬ ਕਰਨਗੇ। ਅਧਿਆਤਮਕ ਵਿਦਿਆ ਪੜ੍ਹੀ, ਖੁਦਾਇਆ ਤੱਕ ਪਹੁੰਚ ਗਏ, ਸੰਤ ਬਣ ਗਏ, ਮਹਾਪੁਰਸ਼ ਬਣ ਗਏ, ਲੋਕ ਦੇ ਨਾਲ ਨਾਲ ਪਰਲੋਕ 'ਚ ਵੀ ਸਲੂਟ ਵੱਜਣਗੇ। ਵਿਦਿਆ ਦੋਵੇਂ ਹੀ ਚਾਹੀਦੀਆਂ ਨੇ। ਦੁਨਿਆਵੀ ਵਿਦਿਆ ਵੀ ਪੜ੍ਹਿਆ ਕਰੋ ਤੇ ਰੱਬ ਦੇ ਗੀਤ ਵੀ ਗਾਇਆ ਕਰੋ। ਬਾਬਾ ਬੁੱਢਾ ਜੀ ਵਿਦਿਆਰਥੀਆਂ ਨੂੰ ਗੁਰਮੁਖੀ ਲਿਪੀ ਪੜ੍ਹਾਉਂਦੇ ਨੇ। ਸਮਾਂ ਆਇਆ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ। ਗੁਰੂ ਅੰਗਦ ਸਾਹਿਬ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਣ ਤੋਂ ਪਹਿਲਾਂ ਤੀਸਰਾ ਗੁਰੂ ਨਾਨਕ ਸਥਾਪਿਤ ਕਰਦੇ ਨੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੂੰ, ਖੁਦਾਇਆ ਦੇ ਤਖਤ ਦਾ ਵਾਰਸ ਸਥਾਪਦੇ ਨੇ। ਅੱਜ ਫਿਰ ਬਾਬਾ ਬੁੱਢਾ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਉਣ ਲਈ ਕਿਹਾ ਜਾਂਦਾ ਹੈ। ਗੁਰੂ ਅੰਗਦ ਸਾਹਿਬ ਦੇ ਹੁਕਮ ਵਿੱਚ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਮਹਾਨ ਕੇਂਦਰ ਪ੍ਰਚਾਰ ਪ੍ਰਸਾਰ ਲਈ ਸ਼੍ਰੀ ਗੋਇੰਦਵਾਲ ਸਾਹਿਬ ਵਸਾ ਦਿੱਤਾ। ਸਾਡੀ 84 ਕੱਟੀ ਜਾਵੇ, ਸਾਡੇ ਰੋਗ ਸੋਗ ਮਿਟ ਜਾਣ। ਇੱਕ ਬੌਲੀ ਸਾਹਿਬ ਰਚੀ ਤੇ ਇੱਕ ਉੱਥੇ ਸਦਾ ਅਕਾਲ ਪੁਰਖ ਦੀ ਕੀਰਤੀ, ਰੱਬ ਦੇ ਗੀਤ ਜਿਹੜੇ ਸਨ ਇੱਕ ਰਸ ਗਾਏ ਜਾਣ ਲੱਗੇ। ਹੁਣ ਮਹਾਰਾਜ ਪਾਤਸ਼ਾਹ ਬੌਲੀ ਸਾਹਿਬ ਦੀ ਸੇਵਾ ਦਾ ਟੱਕ ਲਵਾਉਂਦੇ ਨੇ ਬਾਬਾ ਬੁੱਢਾ ਜੀ ਕੋਲੋਂ, ਔਰ ਸਿਰ ਤੇ ਮਿੱਟੀ ਦਾ ਟੋਕਰਾ ਢੋਇਆ ਹੈ ਬਾਬਾ ਬੁੱਢਾ ਜੀ ਨੇ। ਹੋਰ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ 22 ਮੰਜੀਆਂ, 22 ਪ੍ਰਚਾਰਕ ਭਾਰਤ ਵਰਸ਼ ਅੰਦਰ ਥਾਪੇ ਗੁਰੂ ਅਮਰਦਾਸ ਜੀ ਨੇ, ਔਰ 22 ਪ੍ਰਚਾਰਕਾਂ ਦੇ ਉੱਪਰ ਮੁੱਖ ਪ੍ਰਬੰਧਕ ਬਾਬਾ ਬੁੱਢਾ ਜੀ ਲਾਏ ਗਏ। ਸਮਾਂ ਆਇਆ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦਿਓ। ਗੁਰੂ ਅਮਰਦਾਸ ਪਾਤਸ਼ਾਹ ਨੇ ਚੋਣ ਕੀਤੀ, ਗੁਰੂ ਨਾਨਕ ਦੇ ਤਖਤ ਦਾ ਚੌਥਾ ਵਾਰਸ ਬਾਬਾ ਜੇਠਾ ਨੂੰ ਸਥਾਪਿਤ ਕਰਦੇ ਨੇ, ਗੁਰੂ ਰਾਮਦਾਸ ਬਣਾ ਦਿੱਤਾ। ਅੱਜ ਫਿਰ ਗੁਰਤਾ ਗੱਦੀ ਦੇ ਤਿਲਕ ਦੀ ਮਰਿਆਦਾ ਬਾਬਾ ਬੁੱਢਾ ਜੀ ਨੇ ਨਿਭਾਈ ਹੈ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ ਦੇ ਹੁਕਮ ਵਿੱਚ ਗੁਰੂ ਕਾ ਚੱਕ ਰਾਮਦਾਸਪੁਰ ਅੰਮ੍ਰਿਤਸਰ ਸਿੱਖੀ ਦਾ ਮਹਾਨ ਕੇਂਦਰ ਬਣਾਉਣਾ ਕੀਤਾ। ਤੇ ਜੇ ਤੁਸੀਂ ਅੰਮ੍ਰਿਤ ਸਰੋਵਰ ਦਾ ਇਤਿਹਾਸ ਜਾਣਦੇ ਹੋ ਤੇ ਸਮਝਦੇ ਹੀ ਹੋਗੇ ਵੀ ਸੇਵਾ ਦੀ ਸਾਰੀ ਨਿਗਰਾਨੀ ਬੇਰ ਬਾਬਾ ਬੁੱਢਾ ਜੀ, ਜੋ
ਪ੍ਰਚਲਿਤ ਹੈ ਉਹਦੇ ਹੇਠਾਂ ਬਹਿ ਕੇ ਬਾਬਾ ਬੁੱਢਾ ਜੀ ਨੇ ਨਿਭਾਈ ਹੈ। ਇਹ ਸਭ ਸੇਵਾਵਾਂ ਉਹਨਾਂ ਨੇ ਕਰਵਾਈਆਂ ਨੇ। ਗੁਰੂ ਰਾਮਦਾਸ ਦਰਸ਼ਨ ਪਰਸ ਕਹੈ ਮਥੁਰਾ ਅੰਮ੍ਰਿਤ ਬੈਣ। ਸਮਾਂ ਆਇਆ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਦੇ ਤਖਤ ਦਾ ਆਗਾਮੀ ਵਾਰਸ ਗੁਰੂ ਅਰਜਨ ਸਾਹਿਬ ਨੂੰ ਚੁਣਿਆ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਕੋ ਨੈਣ। ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਨੂੰ ਗੁਰਤਾ ਗੱਦੀ ਦਾ ਤਿਲਕ ਦੇਣ ਵਾਲੇ ਫਿਰ ਬਾਬਾ ਬੁੱਢਾ ਜੀ ਨੇ। ਐਸਾ ਅਦਬ ਸਤਕਾਰ ਉਹਨਾਂ ਦਾ ਗੁਰੂ ਘਰ ਦੇ ਵਿੱਚ ਰਿਹਾ ਹੈ। ਹੁਣ ਮਹਾਰਾਜ ਨੂੰ ਸੇਵਾ ਮਿਲ ਗਈ। ਜਿਸ ਦਿਨ ਸ਼੍ਰੀ ਆਦਿ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਈ ਨਾ, ਸੰਪਾਦਨਾ ਕੀਤੀ ਗੁਰੂ ਅਰਜਨ ਸਾਹਿਬ ਨੇ, ਲਿਖਾਰੀ ਲਾਏ ਭਾਈ ਗੁਰਦਾਸ ਜੀ। 1660 ਬਿਕਰਮੀ ਸੰਮਤ ਵਿੱਚ ਲਿਖਤ ਸ਼ੁਰੂ ਹੁੰਦੀ ਹੈ, 1661 ਬਿਕਰਮੀ ਸੰਮਤ ਦੇ ਵਿੱਚ ਇਹ ਸੰਪੂਰਨ ਹੁੰਦੀ ਹੈ। ਤੇ ਤੁਸੀਂ ਕਦੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਪੜ੍ਹਿਓ, ਉਹਦੇ 'ਚ ਜ਼ਿਕਰ ਹੈ ਕਰਤ ਵਿਚਾਰ ਇਹ ਠਹਿਰਾਈ। ਬੁੱਢਾ ਜੀ ਸੇਵਾ ਨਿਪੁਨਾਈ ਗੁਰੂ ਨਾਨਕ ਇਨ ਦਰਸ਼ਨ ਕਰੇ। ਸੇਵਾ ਮੈਂ ਅਤ ਹਿਤ ਇਹ ਧਰੇ। ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਮਹਾਨ ਸੇਵਾ ਕਰਦੇ ਰਹੇ ਨੇ, ਭਾਵਨਾ ਵਾਲੇ ਗੁਰਮੁਖ ਨੇ। ਸੋ ਇਹ ਸ਼੍ਰੀ ਆਦਿ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਮੁਕਰਰ ਕੀਤੇ ਜਾਂਦੇ ਨੇ। ਉਦਣ ਤੋਂ ਗ੍ਰੰਥੀ ਸਿੱਖਾਂ ਦੀ ਮਰਿਆਦਾ ਚੱਲੀ ਹੈ। ਬੜਾ ਮਾਣ ਗੁਰੂ ਘਰ ਨੇ ਬਾਬਾ ਬੁੱਢਾ ਜੀ ਨੂੰ ਬਖਸ਼ਿਆ ਹੈ। ਤੇ ਜਿਹੜਾ ਦਿਹਾੜਾ ਤੁਸੀਂ ਅੱਜ ਮਨਾ ਰਹੇ ਹੋ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ, ਅਕਾਲ ਪੁਰਖ ਦਾ 6ਵਾਂ ਜਾਮਾ ਦੁਨੀਆ ਤੇ ਬਾਬਾ ਬੁੱਢਾ ਜੀ ਦੇ ਬਚਨ ਨਾਲ ਪ੍ਰਗਟ ਹੋਇਆ ਹੈ। ਗੁਰੂ ਅਰਜਨ ਸਾਹਿਬ ਤਖਤ ਤੇ ਬੈਠੇ ਨੇ ਤੇ ਤੁਹਾਡੇ ਮੇਰੇ ਵਰਗੇ ਭਿਖਾਰੀ ਚਰਨਾਂ 'ਚ ਬੈਠੇ ਨੇ। ਮੰਗਣੀ ਆਉਨੇ ਆ ਨਾ, ਮੰਗਣ ਆਈ ਹੈ ਬੜੀ ਸੰਗਤ। ਤਖਤ ਤੇ ਬਹਿਣ ਵਾਲੇ ਬਾਰੇ ਬਾਣੀ ਕਹਿੰਦੀ ਹੈ ਗੁਰੂ ਅਰਜਨ, ਜੇ ਇਹ ਗੱਲ ਕਹੀਏ ਨਾ ਤੂੰ ਰੱਬ ਵਰਗਾ ਹੈ ਤੇ ਇਹ ਵੀ ਗੁਨਾਹ ਹੈ। ਤੇ ਪੁੱਛੋ ਫਿਰ ਕੀ ਕਹਿਣਾ ਹੈ ਗੁਰੂ ਅਰਜਨ ਨੂੰ? ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ। ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਸਾਹਿਬ ਰੱਬ ਵਰਗੇ ਨਹੀਂ, ਗੁਰੂ ਅਰਜਨ ਰੱਬ ਹੈ। ਗੁਰੂ ਅਰਜਨ ਪਰਮੇਸ਼ਵਰ ਹੈ। ਗੁਰੂ ਅਰਜਨ ਇਜ਼ ਦਾ ਸੁਪਰੀਮ ਲਾਰਡ, ਖੁਦਾਇਆ ਹੈ ਗੁਰੂ ਅਰਜਨ। ਸਭ ਸੰਗਤਾਂ ਨੇ ਬੇਨਤੀ ਕੀਤੀ, ਝੋਲੀਆਂ ਭਰੀ ਜਾਂਦੇ ਨੇ। ਮਾਤਾ ਜੀ ਨੇ, ਮਾਤਾ ਗੰਗਾ ਜੀ ਨੇ ਆਖਿਆ, ਤੁਸੀਂ ਸਾਰਿਆਂ ਸਿੱਖਾਂ ਸੇਵਕਾਂ ਦੀ ਕਾਮਨਾ ਪੂਰੀ ਕਰਦੇ ਹੋ। ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਕਦੇ ਕਵੀ ਸੰਤੋਖ ਸਿੰਘ ਜੀ ਹੁਣਾਂ ਦੀ ਰਚਨਾ, ਦੁਨੀਆ ਦਾ ਸਭ ਤੋਂ ਵੱਡਾ ਕਾਵ ਰਚਨਾ ਦੇ ਵਿੱਚ ਇਤਿਹਾਸਿਕ ਗ੍ਰੰਥ ਜੇ ਹੈ ਕੋਈ ਤੇ ਉਹ ਹੈ ਸੂਰਜ ਪ੍ਰਕਾਸ਼ ਗ੍ਰੰਥ। ਉਹਦੇ 'ਚ ਜ਼ਿਕਰ ਮਿਲਦਾ ਹੈ, ਸਿੱਖਨ ਹਜ਼ਾਰਨ ਕੀ ਕਾਮਨਾ ਕੋ ਕਰੋ ਪੂਰ। ਵਿੱਤ ਸੁਖ ਆਦਿਕ ਸਕਲ ਸੁਖ ਦਾਏ ਕੋ। ਆਪ ਸਮਰੱਥ ਨਾਥ ਸਭੈ ਬਿਦ ਹਾਥ ਬਿਖੈ। ਕਿਰਪਾ ਸਾਤ ਕਹੋ ਬਾਕ ਸੁੰਦਰ ਸੋ ਨੰਦ ਕੋ। ਤੁਸੀਂ ਸਮਰੱਥ ਹੋ ਐ ਗੁਰੂ ਅਰਜਨ, ਤੁਸੀਂ ਪਰਮੇਸ਼ਵਰ ਦਾ ਸਰੂਪ ਹੋ। ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਆਪਣੇ ਘਰ ਵਿੱਚ ਗੁਰਤਾ ਗੱਦੀ ਦਾ ਅਗਲਾ ਵਾਰਸ ਹੈ ਨਹੀਂ ਹੈ। ਇੱਕ ਬਚਨ ਮੈਨੂੰ ਵੀ ਕਰ ਦਿਓ, ਘਰ ਵਿੱਚ ਲਾਲ ਪ੍ਰਗਟ ਹੋ ਜਾਵੇ। ਪ੍ਰਭੂ ਸ਼ਰੀਕ ਤਾਨੇ ਮਾਰਦੇ ਨੇ,
ਕਹਿੰਦੇ ਨੇ ਇਹਨਾਂ ਦੇ ਘਰ ਵੰਸ਼ ਨਹੀਂ ਹੈ, ਗੁਰਤਾ ਗੱਦੀ ਦਾ ਮਾਲਕ ਨਹੀਂ ਹੈ। ਬਾਬਾ ਪ੍ਰਿਥਵੀ ਚੰਦ ਦਾ ਦਿਲਬੰਦ ਮਿਹਰਬਾਨ ਹੀ ਗੁਰਤਾ ਗੱਦੀ ਨੂੰ ਸਾਂਭੇਗਾ। ਤੇ ਮਹਾਰਾਜ ਤੁਹਾਡੀ ਅਜ਼ਮਤ ਐਸੀ ਹੈ, ਤੁਸੀਂ ਸੁੱਕਿਆਂ ਨੂੰ ਹਰੇ ਕਰ ਦਿੰਦੇ ਹੋ। ਗੁਰੂ ਗ੍ਰੰਥ ਸਾਹਿਬ ਨੇ ਇੱਕ ਗੱਲ ਕਹੀ ਹੈ ਗੁਰੂ ਦੇ ਰੁਤਬੇ ਬਾਰੇ, ਜਿਤੜੇ ਫਲ ਮਨ ਬਾਂਛੀਐ ਹੈ, ਤਿਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਣੇ, ਸੱਚ ਨਾਮ ਦੇ ਰਾਸ। ਗੁਰਮਤਿ ਅਨੁਸਾਰ ਤੇਰੀ ਹਰ ਮਨ ਦੀ ਇੱਛਾ ਗੁਰੂ ਅਰਜਨ ਸਾਹਿਬ ਪੂਰੀ ਕਰ ਸਕਦੇ ਨੇ। ਉਹ ਝੋਲੀਆਂ ਭਰਨ ਵਾਲੇ ਨੇ, ਜੋ ਵੀ ਤੇਰਾ ਮਨ ਮੰਗੇ ਉਹ ਤੈਨੂੰ ਮਿਲ ਜਾਵੇਗਾ। ਇਹ ਗੁਰੂ ਦੀ ਪਹੁੰਚ ਹੈ, ਅਜ਼ਮਤ ਹੈ। whatever your mind desires will come to pass। ਕੋਈ ਵੀ ਇੱਛਾ ਹੋਵੇ ਗੁਰੂ ਝੋਲੀ ਭਰ ਦਿੰਦਾ ਹੈ। ਮਹਾਰਾਜ ਨਾ ਅੰਤਰ ਧਿਆਨ ਹੋ ਗਏ ਤੇ ਮਾਤਾ ਗੰਗਾ ਜੀ ਨੂੰ ਆਖਣ ਲੱਗੇ ਕਰਮਾਂ ਵਿੱਚ ਨਹੀਂ ਹੈ। ਹੁਣ ਖੁਦ ਖੁਦਾ ਗੁਰੂ ਅਰਜਨ ਸਾਹਿਬ ਜੇ ਪਰਮੇਸ਼ਵਰ ਦਾ ਰੂਪ ਨੇ ਤੇ ਜਿਹੜੀ ਉਹਨਾਂ ਨਾਲ ਵਿਆਹੀ ਹੈ ਸਾਡੀ ਮਾਤਾ, ਉਹ ਵੀ ਕੀ ਪਤਾ ਕਿੰਨਿਆਂ ਜਨਮਾਂ ਜਨਮੰਤਰਾਂ ਦੀ ਬੰਦਗੀ ਹੋਵੇਗੀ ਤੇ ਖਸਮ ਖੁਦਾ ਮਿਲਿਆ ਏ। ਤੇ ਉਹ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਹਿੰਦੀ ਮਹਾਰਾਜ ਜੇ ਤੁਸੀਂ ਉਦੋਂ ਨਹੀਂ ਲਿਖਿਆ ਨਿਰਗੁਣ ਸਰੂਪ ਵਿੱਚ ਤੇ ਅੱਜ ਲਿਖ ਦਿਓ। ਹੁਣ ਸਰਗੁਣ ਸਰੂਪ ਵਿੱਚ ਹੋ, ਹੁਣ ਬਚਨ ਕਰ ਦਿਓ। ਬਾਣੀ ਕਹਿੰਦੀ ਹੈ ਚਾਰੇ ਜਾਗੇ ਚੌਹੋ ਜੁਗੀ ਪੰਚਾਇਣ ਆਪੇ ਹੋਆ। ਅਕਾਲ ਪੁਰਖ ਤੋਂ ਚਾਰ ਪ੍ਰਗਟ ਹੋਏ, ਗੁਰੂ ਨਾਨਕ ਤੋਂ ਲੈ ਕੇ ਗੁਰੂ ਰਾਮਦਾਸ, ਤੇ ਪੰਚਾਇਣ ਵੀ ਅਕਾਲ ਪੁਰਖ ਆਪ ਹੀ ਪ੍ਰਗਟ ਹੋਇਆ ਹੈ। ਜੇ ਨਿਰਗੁਣ ਹੈ ਤੇ ਤੂੰ ਸਰਗੁਣ ਵੀ ਹੈ। ਉਦੋਂ ਨਹੀਂ ਲਿਖਿਆ ਤੇ ਹੁਣ ਲਿਖਦੇ, ਵੱਡੀ ਗੱਲ ਨਹੀਂ ਹੈ ਤੇਰੇ ਲਈ। ਤੁਸੀਂ ਆਖੋਗੇ ਇੱਦਾਂ ਹੋ ਸਕਦਾ, ਕਰਾਮਾਤ ਹੋ ਸਕਦੀ ਹੈ। ਮੈਂ ਬੇਨਤੀ ਕਰਾਂ, ਸਿੱਖੀ ਕਰਾਮਾਤ ਤੇ ਖਲੋਤੀ ਹੈ ਤੇ ਇਸ ਪਾਵਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਵੱਧ ਕੇ ਤੁਹਾਨੂੰ ਕਿਧਰੇ ਵੀ ਕੋਈ ਉਦਾਹਰਣ ਨਹੀਂ ਲੱਭੇਗੀ ਕਰਾਮਾਤਾਂ ਦੀ। ਇੱਥੇ ਰੋਜ਼ ਹੀ ਕਰਾਮਾਤਾਂ ਵਰਤਦੀਆਂ ਨੇ, ਸੁੱਕਿਆਂ ਨੂੰ ਭਾਗ ਲੱਗ ਰਹੇ ਨੇ, ਫਲ ਪੈ ਰਹੇ ਨੇ। ਮੈਂ ਬਾਣੀ ਚੋਂ ਸਿੱਧ ਕਰਾਂਗਾ ਵੀ ਕਰਾਮਾਤ ਹੈ। ਇਹ ਪਤਾ ਨਹੀਂ ਤੁਹਾਨੂੰ ਕੌਣ ਗੁੰਮਰਾਹ ਕਰ ਜਾਂਦਾ, ਸਟੇਜ ਤੇ ਕਈ ਪ੍ਰਚਾਰਕ ਸਾਡੇ ਹੀ ਕਰੀ ਜਾਣਗੇ ਕਰਾਮਾਤ ਹੈ ਨਹੀਂ ਗੁਰੂ ਘਰ ਵਿੱਚ। ਜੇ ਝੋਲੀਆਂ ਨਾ ਭਰਨ, ਕਰਾਮਾਤ ਨਾ ਹੋਵੇ ਗੁਰੂ ਘਰ ਵਿੱਚ, ਤੇ ਆ ਇੰਨੀ ਫੌਜ ਕਿੱਧਰ ਤੁਰੀ ਫਿਰਦੀ ਹੈ। ਕੁਝ ਮਿਲਦਾ ਹੀ ਹੈ ਤੇ ਬੈਠੇ ਹੋ ਨਾ। ਤਕਰੀਬਨ 2 ਘੰਟੇ ਦਾਸ ਨੂੰ ਲੱਗ ਗਏ, ਗੱਡੀ ਰਸਤੇ 'ਚ ਰੋਕ ਕੇ ਆਉਣਾ ਪਿਆ। ਤੇ ਮੈਂ ਮਾਲਵੇ ਤੋਂ ਹੀ ਅੱਜ ਆਇਆ, ਇੱਧਰੋਂ ਮੋਗੇ ਵੱਲੋਂ। ਇੰਨੇ ਕੁ ਲੰਗਰ ਨੇ, ਇੰਨੀ ਕੁ ਸੰਗਤ ਹੈ, ਕੋਈ ਗਿਣਤੀ ਨਹੀਂ। ਜਿਵੇਂ ਹੋਲਾ ਮਹੱਲਾ ਹੈ ਨਾ ਅਨੰਦਪੁਰ ਦੀ ਪਾਵਨ ਧਰਤੀ ਤੇ, ਜਿਵੇਂ ਫਤਿਹਗੜ੍ਹ ਸਾਹਿਬ ਦਾ ਪਾਵਨ ਸ਼ਹੀਦੀ, ਉਹ ਮਹਾਨ ਸਾਕੇ ਬਾਬਤ ਗੁਰਮਤਿ ਸਮਾਗਮਾਂ ਦਾ ਦੌਰ ਹੁੰਦਾ ਹੈ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਗੋਇੰਦਵਾਲ ਦੀ ਪਾਵਨ ਧਰਤੀ ਤੇ ਜੋੜ ਮੇਲਾ ਹੁੰਦਾ ਹੈ, ਇਸ ਪ੍ਰਕਾਰ ਦੇ ਨਾਲ ਗੁਰੂ ਕੇ ਪਿਆਰੇ ਬਾਬਾ ਬੁੱਢਾ ਜੀ ਦੇ ਦਰ ਤੇ ਰੌਣਕਾਂ ਨੇ। ਜੇ ਕਰਾਮਾਤ ਨਾ ਹੋਵੇ ਤੇ ਲੈਣ ਕੀ ਆਉਂਦੇ ਹੋ। ਉਹ ਖੁਦਾ ਆਪ ਪੰਚਮ ਗੁਰੂ ਅਰਜਨ ਬਣ ਕੇ ਪ੍ਰਗਟ ਹੋਏ। ਤੇ ਕਿਵੇਂ ਪ੍ਰਗਟ ਹੋਏ? ਆਖਣ ਲੱਗੇ ਦੂਣੀ ਚੌਣੀ ਕਰਾਮਾਤ, ਸੱਚੇ ਕਾ ਸੱਚਾ ਢੋਆ। ਜਿੰਨੇ ਵੀ ਅੱਗੇ ਰਹਿਬਰ ਮਹਾਂਪੁਰਸ਼ ਆਏ, ਉਹਨਾਂ ਨੂੰ ਦੂਣੀ ਚੌਣੀ ਕਰਾਮਾਤ ਲੈ ਕੇ ਆਏ ਨੇ। ਭਾਵ ਅੱਗੇ ਜਿਤਨੇ ਵੀ ਸਾਧੂ ਸੰਤ ਆਏ, ਉਹ ਰੱਬ ਦੇ ਹੁਕਮ ਵਿੱਚ ਸੇਵਕ ਆਏ ਨੇ। ਇਸ ਵਾਰ ਖੁਦਾਇਆ ਦੂਣੀ ਚੌਣੀ ਕਰਾਮਾਤ ਦੇ ਸਹਿਤ ਆਪ ਪ੍ਰਗਟ ਹੋਇਆ ਹੈ। ਗੁਰੂ ਅਰਜਨ ਗੋਟ ਆਲ ਦਾ ਮਿਰਾਕੂਲਸ ਪਾਵਰਸ। ਇੰਗਲਿਸ਼ ਦੇ ਟੀਕਾਕਾਰ ਮੰਨਦੇ ਨੇ ਵੀ ਗੁਰੂ ਕਰਾਮਾਤੀ ਹੈ, ਤੇ ਸਾਡੇ 2-4 ਕਿਤਾਬਾਂ ਪੜ੍ਹੇ ਆਖਣਗੇ ਕਰਾਮਾਤ ਹੈ ਨਹੀਂ ਸਿੱਖੀ ਵਿੱਚ। ਮਹਾਰਾਜ ਸਹਿ ਸੁਭਾਅ ਮਾਤਾ ਗੰਗਾ ਜੀ ਨੂੰ ਕਹਿੰਦੇ ਵੀ ਜੇ ਅਸੀਂ ਆਪਣੇ ਨਿਰਗੁਣ ਸਰੂਪ ਦੀ ਲਿਖਤ ਨਹੀਂ ਮੰਨਾਂਗੇ, ਘਰ ਵਿੱਚ ਅਜ਼ਮਤ ਵਿਖਾਵਾਂਗੇ, ਤੇ ਲੋਕਾਂ ਨੂੰ ਕਿਵੇਂ ਉਪਦੇਸ਼ ਕਰਾਂਗੇ ਵੀ ਰੋਗ ਸੋਗ ਉਹਦੇ ਹੁਕਮ ਵਿੱਚ ਨੇ, ਭਾਣਾ ਮੰਨੋ। ਜਦੋਂ ਤੁਸੀਂ ਬਾਣੀ ਨੂੰ ਪੜ੍ਹਦੇ ਹੋ ਨਾ, ਤਾਂ ਉੱਥੇ ਇੱਕ ਜ਼ਿਕਰ ਮਿਲਦਾ ਹੈ, ਤਿਸਕਾ ਭਾਣਾ
लागै मीठा गुर प्रसाद विरले मन बूठा। महाराज कहते उहदा भाणा मिठा करके मनना पैंदा है। ये ठीक है, गुरु साहब सेवकां दीयां झोलियां भरदे ने, सुक्कियां नूं हरे करदे ने, कर्मगत बदल दिंदे ने, पर गुरु साहब कदे भी अपने घर विच अजमत नहीं विखाउंदे। क्योंकि जे आप करनी नूं कट्टणगे अपनी नूं ते लुकाई आखेगी उपदेश क्यों दिंदे हो हुक्म विच चलो, तुसीं आप किहड़ा हुक्म मन्निया है। अपने प्यारे सेवकां दी फरियाद सुन के कर्म भी बदल दिंदे ने। ये बाणी कहंदी है। महाराज कहंदे गुर ते बाहर किश नहीं, गुरु कीता लोड़े सो होए, नथिंग इज बियॉन्ड गुरु अर्जन, जो चाहे कर सकता है। पर अपने घर विच अजमत नहीं विखाउंदे। वेखो गुरु दी ये ताकत है, ना सुख ना दुख, ना रोग ना सोग, वो डोलदा नहीं है। बंदा डोलेगा, सुख विच खिड़िया है, दुख विच डोलेगा। वड्डे वड्डे महात्मा डोल जाते हैं। गुरु साहब ते कोई असर नहीं है भी घर विच बालक है, गुरता गद्दी दा मालक है या नहीं है। बाणी कहती है सुख दुख जेहे परसै नहीं, लोभ मोह अभिमान, कहो नानक सुन रे मना सो मूरत भगवान। एवें नहीं भगवान कहा गुरु नूं, एवें नहीं खुदा दी जागदी जिउंदी मूरत कहा गुरु नूं। कहंदे सुख ते दुख तो रहत उहदा मरातबा है, रुतबा है। मां ने फिर पल्ला पाके बेनती की, ऐ पति परमेश्वर कोई ते रस्ता होवेगा ना। मैं एक औरत हाँ, और औरत दी ये इच्छा होंदी है भी उन्होंने मां बन के सुख हासिल होवे, ते कृपा करो मेहर करो कोई रस्ता ही दिखा दिओ। जे तुसीं संगत दी बेनती ते कर्मगत बदल सकते हो, कोई रस्ता ते होवेगा ना। ते गुरु अर्जन साहब सच्चे पातशाह ने ना गलुए मुबारक चों एक बोल किया, कवि संतोख सिंह लिखते ने, राखा रह घास को ना गमने आवास को, दरस कर तास को शक्त बर देन की, साहिब सो बुढ़ा नाम महागुण बृंद धाम, ज्ञान अभिराम शेर मोह सम एन की। ज्ञान विचो सिंह है, सिंह शेर है, ते मोह जेड़ा है ना, मोह वर्गे गिदड़ नूं उन्हें जितया होया है। विकारां तो वो रहत है। ते वो बीड़ साहब गुरु घर दी खेती करदा है, हथीं सेवा करते ने, भावें बिरध ने ते संगतां तो सेवा करवाउंदे ने। तुसीं उन्हां दे दर्शन करो। गुरु नानक साहब तो लैके अज ताईं सेवा करते आ रहे ने। जे वो गुरु नानक साहब नूं बेनती कर देण, अंतर ध्यान हो के सानूं बेनती कर देण, ते असीं कर्मगत बदल सकते हैं। मतलब समझियो, जिथे ब्लड रिलेशन का रिश्ता है, परिवारक संबंध है, उहदे नालों वध के अपने सेवक का अदब है। गुरु घर दे अंदर सेवा की ऐसी महानता है। महाराज ने साफ किया बाणी विच, कहंदे जे मैं कोई बचन करा ना, दुनिया की कोई ताकत नहीं कट सकती। ते जे साधु आके कह दवे महाराज इदां ना करो, बख्श दिओ, ते मैं अपना बचन कट लवांगा। पर जे साध दे गलुए मुबारक चों कोई बचन हो गया तो ओदी बजी गंढ नूं मैं भी नहीं खोल सकता। इन्ना प्यार है अपने साधुआं सतपुरुषां दे नाल। मेरी बांधी भगत छडावै, बांधे भगत ना छूटै, मोहे एक समय मोह को गह बांधै, तो फुन मोह पै जवाब ना होए। ऐसा अदब है साधुआं दा, संतां दा। समर्थ गुरु अर्जन साहब सच्चे पातशाह
ਆਪਣੇ ਸੇਵਕ ਨੂੰ ਵਡਿਆਈ ਦੇਣ ਲੱਗੇ ਨੇ। ਅੱਜ ਆਪ ਜੋ ਚਾਹੇ ਕਰ ਸਕਦੇ ਨੇ। ਬਾਬਾ ਬੁੱਢਾ ਜੀ ਦੀ ਬੱਲੇ ਬੱਲੇ ਕਰਵਾਉਣੀ ਹੈ ਦੁਨੀਆ ਤੇ, ਕਿਉਂਕਿ ਉਹਨਾਂ ਦੀ ਸੇਵਾ ਹੀ ਸਿੱਖ ਜਗਤ ਵਿੱਚ ਸਭ ਤੋਂ ਵੱਧ ਕੇ ਹੈ। ਮਹਾਰਾਜ ਨੇ ਬਚਨ ਕਰ ਦਿੱਤੇ, ਜਿਹੜਾ ਵੀ ਉਹਦੇ ਹੁਕਮ 'ਚ ਚੱਲਦਾ ਹੈ ਨਾ, ਗੁਰੂ ਘਰ ਦੀ ਸੇਵਾ ਕਰਦਾ ਹੈ, ਸਤਿਗੁਰ ਕੈ ਭਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ। ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਏ। ਗੁਰੂ ਦੇ ਹੁਕਮ ਵਿੱਚ ਚੱਲੋਗੇ ਤੇ ਵੱਡੀ ਵਡਿਆਈ ਹੋਵੇਗੀ। ਜੈਸੀ ਬਾਬਾ ਬੁੱਢਾ ਜੀ ਦੀ, ਭਾਈ ਗੁਰਦਾਸ ਜੀ ਦੀ, ਬਾਬਾ ਬਿਧੀ ਚੰਦ ਦੀ, ਬਾਬਾ ਜੇਠਾ ਜੀ ਦੀ, ਬਾਬਾ ਦੀਪ ਸਿੰਘ ਦੀ, ਜਿਤਨੇ ਵੀ ਮਹਾਤਮਾ ਸਤਪੁਰਸ਼ ਨੇ, ਸਭਨਾਂ ਦੀ ਵਡਿਆਈ ਵੱਡੀ ਗੁਰੂ ਦੇ ਹੁਕਮ ਵਿੱਚ ਚੱਲ ਕੇ ਹੋਈ ਹੈ। ਅਜੋਕੇ ਸਮੇਂ 'ਚ ਸੰਤ ਅਤਰ ਸਿੰਘ ਜੀ ਮਹਾਰਾਜ ਤੋਂ ਚੱਲ ਪੋ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੱਕ, ਜਿਹੜਾ ਗੁਰੂ ਤੇ ਅਕੀਦਾ ਰੱਖੇਗਾ ਉਹਦੀ ਜੈ ਜੈਕਾਰ ਦੁਨੀਆ ਤੇ ਰਹੀ ਹੈ ਤੇ ਰਵੇਗੀ। ਹੁਣ ਮਾਤਾ ਗੰਗਾ ਜੀ ਇਹ ਗੱਲ ਸਮਝਦੇ ਨੇ ਵੀ ਬਾਬਾ ਬੁੱਢਾ ਜੀ ਜ਼ਿਮੀਂਦਾਰ ਨੇ, ਤੇ ਕਿਰਤੀ ਜ਼ਿਮੀਂਦਾਰਾਂ ਦਾ ਇੱਕ ਸੁਭਾਅ ਹੁੰਦਾ ਹੈ ਵੀ ਜਦੋਂ ਖੇਤੀ ਕਰਦੇ ਨੇ ਨਾ, ਸੁਭਾਵਕ ਹੀ ਮਿੱਸੀਆਂ ਰੋਟੀਆਂ ਪਸੰਦ ਕਰਦੇ ਨੇ। ਨਾਲ ਗੰਢਾ ਛਕ ਲੈਣਾ, ਚਾਰ ਛਕ ਲੈਣਾ, ਮੱਖਣ ਘਿਓ ਲੱਸੀ ਛਕ ਲੈਣੀ। ਹੋਰ ਅੱਜ ਕੱਲ੍ਹ ਵਾਲੇ ਪਦਾਰਥ ਉਦੋਂ ਐ ਨਹੀਂ ਸੀ। ਮਾਤਾ ਜੀ ਆਪ ਅੰਮ੍ਰਿਤ ਵੇਲੇ ਉੱਠੇ, ਹੱਥੀਂ ਮਿੱਸੀਆਂ ਰੋਟੀਆਂ ਤਿਆਰ ਕੀਤੀਆਂ, ਗੋਲੀ ਨਾਲ ਹੈ, ਪੈਦਲ ਚੱਲ ਕੇ ਬੀੜ ਬਾਬਾ ਬੁੱਢਾ ਸਾਹਿਬ ਜੀ ਵੱਲ ਆ ਗਏ। ਜਦੋਂ ਮਾਤਾ ਜੀ ਇੱਥੇ ਆਏ, ਵੇਖਿਆ ਬਾਬਾ ਬੁੱਢਾ ਜੀ ਨੇ ਸਿਰ ਤੇ ਪੋਟਲੀ ਹੈ, ਤੇ ਹੱਥ ਜੋੜ ਕੇ ਨਮਸਕਾਰ ਕੀਤੀ, ਸਜਦਾ ਕੀਤਾ ਜਗਤ ਮਾਤਾ ਗੰਗਾ ਜੀ ਨੂੰ। ਸਤਿਕਾਰ ਦੇ ਨਾਲ ਪੋਟਲੀ ਪਕੜ ਕੇ ਮਾਤਾ ਜੀ ਨੂੰ ਬਿਠਾਇਆ, ਆਪ ਬੈਠੇ ਨੇ। ਕਮਾਲ ਦੇ ਬਚਨ ਉਸ ਮਹਾਂਪੁਰਸ਼ ਦੇ ਗਲੂਏ ਚੋਂ ਨਿਕਲੇ। ਕਵੀ ਸੰਤੋਖ ਸਿੰਘ ਲਿਖਦੇ ਨੇ, ਸੁਤ ਕੋ ਸ਼ੁੱਧਤ ਜਨਨ ਜਬ ਜਾਨਤ ਸਭ ਤਜ ਕਰ ਤਸ ਕੋ ਤ੍ਰਿਪਤਾਏ। ਤਿਮ ਹੈ ਮਾਤ ਮੋਹਿ ਤ੍ਰਿਪਤਾਇ ਸੋ ਸ਼ੁੱਧਤ ਤ੍ਰਿਪਤ ਲਖ ਕੈ ਸਹਿ ਸਾਏ। ਕਹਿੰਦੇ ਮਾਂ, ਜਦੋਂ ਬੱਚੇ ਨੂੰ ਭੁੱਖ ਲੱਗਦੀ ਹੈ ਨਾ, ਤੇ ਮਾਂ ਦਾ ਆਂਦਰਾਂ ਦਾ ਮੋਹ ਹੁੰਦਾ ਬੱਚੇ ਨਾਲ, ਸਾਰੇ ਕਾਰਜ ਛੱਡ ਕੇ ਤੇ ਬੱਚੇ ਲਈ ਪ੍ਰਸ਼ਾਦਾ ਤਿਆਰ ਕਰਕੇ ਉਹਦੀ ਭੁੱਖ ਦੀ ਪੂਰਤੀ ਕਰ ਦਿੰਦੀ ਹੈ। ਤੇ ਮਾਂ ਦਾ ਬਿਰਧ ਐਸਾ ਹੈ, ਮਾਂ ਕੋਲੋਂ ਮੰਗਣਾ ਵੀ ਨਹੀਂ ਪੈਂਦਾ ਵੀ ਭੁੱਖ ਲੱਗੀ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਗੱਲ ਲਿਖੀ ਹੈ, ਕਹਿੰਦੇ ਜੈਸੇ ਭੂਖੇ ਭੋਜਨ ਮਾਤ। 5-7 ਕਾਕੇ ਹੋਣ ਨਾ ਮਾਈ ਦੇ, ਤੇ ਉਹਨੂੰ ਸਮਝ ਹੁੰਦੀ ਹੈ ਵੀ ਛੋਟਾ ਇਸ ਸਮੇਂ ਪ੍ਰਸ਼ਾਦਾ ਛਕਦਾ ਹੈ, ਵੱਡਾ ਇਸ ਸਮੇਂ ਛਕਦਾ ਹੈ, ਵਿਚਾਲੜਾ ਇਸ ਸਮੇਂ ਛਕਦਾ ਹੈ। ਬਿਨਾਂ ਮੰਗਿਆਂ ਹੀ ਜਾਣਦੀ ਹੈ ਵੀ ਇਹਨੂੰ ਕਿਹੜੇ ਟਾਈਮ ਭੁੱਖ ਲੱਗਦੀ ਹੈ। ਕਾਰਨ ਹੈ 9-10 ਮਹੀਨੇ ਆਪਣੀਆਂ ਆਂਦਰਾਂ ਵਿੱਚ ਪਾਲਿਆ ਹੈ ਤੈਨੂੰ ਉਹਨੇ। ਅੱਛਾ, ਮਿਤਰੇਈ ਨਹੀਂ ਸਮਝੇਗੀ, ਇਹ ਉਹ ਮਾਂ ਸਮਝੇਗੀ ਜਿਹਨੇ ਕੁੱਖ 'ਚ ਰੱਖਿਆ ਹੈ। ਬਾਣੀ ਕਹਿੰਦੀ ਹੈ ਜਦੋਂ ਭੁੱਖ ਲੱਗੇ ਨਾ ਤੇ ਮਾਂ ਜਾਣਦੀ ਹੈ, ਫਿਰ ਉਹ ਭੋਜਨ ਛਕਾਉਂਦੀ ਹੈ, ਫਿਰ ਭੁੱਖ ਨੂੰ ਭੋਜਨ ਮਾਤ ਪਾਉਂਦਾ ਹੈ, ਤੂੰ ਫਿਰ ਰੱਜ ਜਾਣਾ ਹੈ। ਬੜੇ ਖੁਸ਼ ਹੋ ਕੇ ਪ੍ਰਸ਼ਾਦਾ ਛਕ ਰਹੇ ਨੇ, ਤੇ ਮਾਤਾ ਜੀ ਦੇ ਗਲੂਏ ਮੁਬਾਰਕ ਚੋਂ ਬੋਲ ਨਿਕਲੇ, ਬਾਬਾ ਬੁੱਢਾ ਜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਕੁੱਲ ਜਹਾਨ ਦੀਆਂ ਝੋਲੀਆਂ ਭਰਦੇ ਨੇ, ਘਰ ਵਿੱਚ ਵੰਸ ਨਹੀਂ ਹੈ। ਬਾਬਾ ਪ੍ਰਿਥੀ ਚੰਦ ਜੀ ਦਾ ਪਰਿਵਾਰ ਮਿਹਣੇ ਮਾਰਦਾ ਹੈ, ਤੁਸੀਂ ਅਰਦਾਸ ਬੇਨਤੀ ਕਰੋ ਤੇ ਗੁਰਤਾ ਗੱਦੀ ਦਾ ਵਾਰਸ ਪ੍ਰਗਟ ਹੋਵੇ। ਕਵੀ ਸੰਤੋਖ ਸਿੰਘ ਜੀ ਦੇ ਬੋਲ ਨੇ, ਬੁੱਢੇ ਸ਼ਰੋਨ ਸੁਨ ਕੈ ਜਵਾਬ ਦੀਨ ਭੰਨ ਕੈ। ਐ ਮਾਂ, ਮੈਂ ਤੁਹਾਡੇ ਦਰ ਦਾ ਬੀੜ ਦਾ ਰਾਖਾ, ਮੈਂ ਘਾਹ ਖੋਦਦਾ ਤੁਹਾਡੇ ਦਰ ਤੇ, ਮੈਂ ਤੁਹਾਡਾ ਸੇਵਕ ਹਾਂ।
मेरे बचन नाल पुत्र किवें पैदा होएगा। कुल कायनात दा मालक गुरु अर्जन साहब सच्चे पातशाह है। मैं ते आप जो इच्छा होवे उहदे कोलों मंगदा हां, ओही झोलियां भरन वाले ने। मेरे विच मां ऐसी शक्ति नहीं है। गुरु घर अजमतां नाल शरसार है। हर सेवक दे मनोरथ गुरु पूरे करदा है। मां गुरु अर्जन साहब नूं ना कई मील दी दूरी ते भी कोई जग्यासू याद कर लवे ते वो बौड़दे ने, पहुँचते ने, प्रगट होके सहायता करते ने। उन्हां नालों वड्डा दातार दुनिया ते कोई नहीं है। बाणी कहंदी है ना, सतगुर नो जेहा को इच्छा तेहा फल पाए कोई। जैसी इच्छा होवे गुरु साहब वो पूरी कर दिंदे ने। ते मैं की अरदास कर सकदा हाँ, नानक करता सब किश जानदा, जिद्दू किश गुझा ना होए। वो करता है, वो सब जानदा है, झोलियां भरन वाला है। तुसीं उन्हां नूं ही बेनती करो। माता जी कहंदे तुसीं गुरु नानक साहब तो लैके अज ताईं गुरु अर्जन साहब की सेवा कीती है। तुहाडा बचन वो नहीं मोड़दे, परिवार दा मोड़ सकदे ने। तुसीं सेवा सिमरन दे नाल उहनूं जित्तिया होया है। जे तुसीं अरदास करो अपनी मां लई, मेरे लई, ते फिर भाग लग सकदे ने। मैनूं ये भरोसा है। कहंदे माता जी चलो मैं है तुहाडे घर दा सेवक, पर अज मैं अपनी मां लई नानक निरंकारी अगे गुरु अर्जन साहब अगे अरदास करन लगा। उधरों ना बदल गजे, उधरों बिजली चमकी ते कवि संतोख सिंह जी लिखते ने, बोलियो बड़ उत्साह बड़ावत, धन मात आवन पातोहे, रण प्रेरण कमसान मचावै है, दुष्ट खपावै है करकै क्रोहे। ऐ मां तू अज इत्थे पहुंची है मेरे पास। मैं गुरु नानक गुरु अर्जन अगे अरदास करदा हाँ, जिवें ये बदल गरजदे ने, बिजली चमकदी है। मैदाने जंग विच मुगलों के सावें तेरा दिलबंद इदां गजेगा। ओदी तलवार बिजली की चमक नूं मात पाउंदी होई लखां दे सिर झाड़ के सुटेगी, जिवें बिजली रुखां नूं झाड़ झाड़ सुटदी है। ते प्रशादा छकदियां पट ते रख के गंढा भन्निया सी मुक्का मार के। अगले बोल कहंदे ने, जथा सो कंदक मैं अब फोरे, तिम मुगलन के फोरे शीस, जिम खुदयार्थ मुझ तृप्तायस, तिम तू तृप्तै आस सो थीस। ऐ मां जिवें मैनू भुख लगी तू अपने दिलबंद नूं रजा दिता प्रशादे दे नाल, इवें तेरे घर वो लाल प्रगट होवेगा। तेरी ममता जिहड़ी है वो मिट जाएगी, भाव तेरी मुराद पूरी करनगे गुरु अर्जन साहब पातशाह। ते बाणी की कहती है, जे कोई आसरा ना रवे, जे तेरी फरियाद सुनन विच खुदाया देरी करे, ते किसे साधु सतपुरुष नूं लभ लई, भगत मुखे ते बोलदे से वचन होवंदे। जिवें बापू दे दो काके हुण, एक कहणे विच चले, एक नलायक कहणे तो बाहर चले, ते मन्नेगा किहदी हो जो कहणे विच चलदा है। औलाद आपां सारे ही अकाल पुरख गुरु नानक दी आ, पर आपां कहणे च नहीं चलदे, साधु उहदे हुक्म विच चलदे ने। उन्हां दी सुणवाई जल्दी करदा है। जो भी गलूए चों वो बोल देन, वट एवर द लॉर्ड सर्वेंट्स उटर्स, जो भी उन्होंने दे गल चों निकलेगा शैल कम टू पास। महाराज कहते वो पूर्ति होगी। वो बचन मैं पूरा कर देवांगा। प्रगट पहारा जापदा सब लोक सुनंदे। ये दुनिया च प्रगट ने साखियां भी साधु का बचन कदे अजाई नहीं जाता। ते जेड़े कह देंदे भी साधु दे पल्ले ही कुछ नहीं है। ते बाणी कहती है, सुख न पायन मुग्ध नर, संत नाल खहंदे।
ਕਹਿੰਦੇ ਜਿਹੜੇ ਫਿਰ ਸਾਧੂਆਂ ਸੰਤਾਂ ਨਾਲ ਖਹਿੰਦੇ ਨੇ ਨਾ, ਉਹ ਮਰ ਮੁੱਕ ਜਾਂਦੇ ਨੇ, ਖੁਰਾ ਖੋਜ ਉਹਨਾਂ ਦਾ ਮਿਟ ਜਾਂਦਾ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਗ੍ਰਹਿ ਵਿੱਚ ਮਾਤਾ ਗੰਗਾ ਜੀ ਦੇ ਹਿਰਦੇ ਅੰਦਰ ਖੁਦਾਇਆ ਦੀ ਜੋਤ ਪ੍ਰਕਾਸ਼ਵਾਨ ਹੋਈ। ਸੰਮਤ 1652 ਨੂੰ ਵਡਾਲੀ ਵਿਖੇ ਹਾੜਵਦੀ ਏਕਮ ਨੂੰ ਗੁਰਤਾ ਦਾ ਵਾਰਸ, ਅਜ਼ਮਤਾਂ ਦਾ ਵਾਲੀ, ਖੁਦ ਖੁਦਾ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ। ਭਾਈ ਗੁਰਦਾਸ ਨੇ ਉਸ ਗੁਰੂ ਹਰਗੋਬਿੰਦ ਦੀ ਅਜ਼ਮਤ ਬਾਰੇ ਲਿਖਿਆ ਹੈ, ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਉਹ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਪੰਜਾਂ ਪੀਰਾਂ ਤੋਂ ਬਾਅਦ ਪ੍ਰਗਟ ਹੋਇਆ। ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਤੋਂ ਬਾਅਦ ਪ੍ਰਗਟ ਹੋਇਆ। ਇਹ ਪਤਾ ਕੌਣ ਹੈ? ਅਤੋਲ ਪਾਤਸ਼ਾਹ, ਭਾਵ ਜਿਹਦੇ ਤੁਲ ਦੁਨੀਆ ਤੇ ਕੋਈ ਹੋਇਆ ਹੀ ਨਹੀਂ ਹੈ। ਅਕਾਲ ਪੁਰਖ ਦੇ ਤੁਲ ਕੌਣ ਹੁੰਦਾ ਹੈ? ਕੋਈ ਵੀ ਨਹੀਂ। ਕਹਿੰਦੇ ਕੋਈ ਵੀ ਰੂਹੇ ਜ਼ਮੀਨ ਤੇ ਐਸੀ ਹਸਤੀ ਨਹੀਂ ਹੈ ਜਿਹਦੇ ਬਰਾਬਰ ਗੁਰੂ ਹਰਗੋਬਿੰਦ ਸਾਹਿਬ ਨੂੰ ਤੋਲਿਆ ਜਾ ਸਕੇ। ਐਸੀ ਅਜ਼ਮਤ ਦੇ ਮਹਾਰਾਜ ਮਾਲਕ ਨੇ, ਪਾਤਸ਼ਾਹਾਂ ਦੇ ਪਾਤਸ਼ਾਹ ਨੇ ਔਰ ਅਡੋਲ ਚਿੱਤ ਨੇ। ਬਾਣੀ ਕਹਿੰਦੀ ਹੈ ਨਾ, ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ, ਸੁਣਾਇਆ ਅਕਾਲ ਪੁਰਖ ਆਪ ਗੁਰਾਂ ਦੇ ਰਾਹੀਂ ਪ੍ਰਗਟ ਹੈ। ਜੋਤ ਓਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਹੈ। ਜੋਤ ਉਹੀ ਰਹੀ, ਜੁਗਤੀ ਉਹੀ ਰਹੀ, ਸਰੀਰ ਬਦਲਦੇ ਗਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੁਨੀਆ ਤੇ ਪ੍ਰਗਟ ਹੋਏ ਬਾਬਾ ਬੁੱਢਾ ਜੀ ਦੇ ਪਾਵਨ ਬੋਲਾਂ ਦੇ ਨਾਲ। ਵੇਖੋ, ਕਦੇ ਇਹ ਨਹੀਂ ਵੰਡ ਪਾਉਣੀ ਚਾਹੀਦੀ ਵੀ ਅਸੀਂ ਗੁਰੂ ਨਾਨਕ ਦੇ ਸਿੱਖ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ। ਇਹ ਵੰਡਾਂ ਅਸੀਂ ਪਾਉਨੇ ਆ, ਉਹ ਦਸੇ ਹੀ ਇੱਕ ਨੇ। ਅੱਜ ਉਹ ਸ਼ਬਦਾ ਅਵਤਾਰ ਨੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਗੁਰੂ ਗ੍ਰੰਥ ਸਾਹਿਬ ਨੇ। ਭਾਈ ਨੰਦ ਲਾਲ ਜੀ ਕਹਿੰਦੇ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪੁੱਛਿਆ ਜੀ ਤੁਹਾਡੇ ਦਸਾਂ 'ਚ ਕੋਈ ਅੰਤਰ? ਮਹਾਰਾਜ ਕਹਿੰਦੇ ਨਹੀਂ। ਫਾਰਸੀ 'ਚ ਜਵਾਬ ਦਿੱਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਹਮੂ ਨਾਨਕਸਤੋ ਹਮੂ ਅੰਗਦਸਤ ਹਮੂ ਅਮਰਦਾਸ ਅਫਜ਼ਲੋ ਅਮਜ਼ਦ ਅਸਤ ਹਮੂ ਹਸਤ ਹਰ ਰਾਏ ਕਰਤਾ ਗੁਰੂ ਬਦ ਆਸ਼ਕਾਰਾ ਹਮੋ ਪੁਸ਼ਤਰੂ ਹਮੂ ਹਰ ਕ੍ਰਿਸ਼ਨ ਆਮਦ ਸਰ ਬੁਲੰਦ ਅਜ਼ੋ ਹਾਸਿਲ ਉਮੀਦ ਹਰ ਮੁਸਤਮੰਦ ਹਮੂ ਹਸਤ ਤੇਗ ਬਹਾਦਰ ਗੁਰੂ ਕੇ ਗੋਬਿੰਦ ਸਿੰਘ ਆਮਦ ਅਜ਼ਨੂਰ ਊ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਵਾ ਸ਼ਬਦ ਊ ਜ਼ੋਹਰੋ ਮਾਨ ਕਸਤ। ਕਹਿੰਦੇ ਮੈਂ ਹੀ ਗੁਰੂ ਅੰਗਦ, ਮੈਂ ਹੀ ਗੁਰੂ ਅਮਰਦਾਸ, ਮੈਂ ਹੀ ਗੁਰੂ ਰਾਮਦਾਸ, ਮੈਂ ਹੀ ਗੁਰੂ ਹਰਗੋਬਿੰਦ, ਮੈਂ ਹੀ ਗੁਰੂ ਗੋਬਿੰਦ। ਸਾਡੇ ਵਿੱਚ ਕੋਈ ਫਰਕ ਨਹੀਂ ਹੈ। ਸਮਾਂ ਆਇਆ ਗੁਰੂ ਅਰਜਨ ਸਾਹਿਬ ਸ਼ਹਾਦਤ ਦੀ ਅਵਧੀ ਮਾਣ ਗਏ। ਸਿੱਖ ਜਗਤ ਦੀ ਫੁਲਵਾੜੀ ਹਰੀ ਭਰੀ ਰਵੇ, ਆਪਣਾ ਲਹੂ ਡੋਲ ਦਿੱਤਾ, ਸਿੰਚ ਦਿੱਤਾ ਆਪਣੇ ਲਹੂ ਨਾਲ ਸਿੱਕੀ ਨੂੰ। ਗੁਰੂ ਅਰਜਨ ਸਾਹਿਬ ਦਾ ਹੁਕਮ ਸੀ, ਗੁਰੂ ਨਾਨਕ ਦੇ ਤਖਤ ਦਾ 6ਵਾਂ ਵਾਰਸ ਗੁਰੂ ਹਰਗੋਬਿੰਦ ਹੋਵੇਗਾ ਔਰ ਤਿਲਕ ਦੀ ਮਰਿਆਦਾ ਬਾਬਾ ਬੁੱਢਾ ਜੀ ਕਰਨਗੇ। ਮੀਰੀ ਪੀਰੀ ਦੀਆਂ 2 ਤਲਵਾਰਾਂ ਬਾਬਾ ਬੁੱਢਾ ਜੀ ਨੇ ਪਹਿਨਾਈਆਂ ਗੁਰੂ ਹਰਗੋਬਿੰਦ ਸਾਹਿਬ ਨੂੰ। ਜੇ ਅਕਾਲ ਬੁੰਗਾ ਸਾਜਿਆ ਸਿੱਖ ਜਗਤ ਦੀ ਬੁਲੰਦ ਹਸਤੀ, ਅਕਾਲ ਤਖਤ ਸਾਹਿਬ ਨੀਂਵ ਰੱਖੀ ਗਈ। ਸੇਵਾ ਵਿੱਚ ਬਾਬਾ ਬੁੱਢਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਲਾਉਂਦੇ ਨੇ। ਜਿੱਦਣ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗਵਾਲੀਅਰ ਕਿਲੇ ਵਿੱਚ ਸਨ, ਜਹਾਂਗੀਰ ਨੇ ਧੱਕੋ ਜ਼ੋਰੀ ਕੀਤੀ ਸੀ। ਬਾਬਾ ਬੁੱਢਾ ਜੀ ਸੰਗਤਾਂ ਲੈ ਕੇ ਗਵਾਲੀਅਰ ਕਿਲੇ ਦੀ ਪਰਿਕਰਮਾ ਕਰਨ ਤੇ ਸ਼ਬਦ ਗਾਇਨ ਕਰਨ, ਤੇ ਉਦੋਂ ਤੋਂ ਸ਼ਬਦ ਚੌਂਕੀ ਦੀ ਮਰਿਆਦਾ ਵੀ ਚੱਲ ਪਈ। ਅੱਜ ਕੱਲ੍ਹ ਹਰਿਮੰਦਰ ਸਾਹਿਬ ਤੁਸੀਂ ਵੇਖਦੇ ਹੋ ਜਦੋਂ ਸ਼ਬਦ ਚੌਂਕੀ ਹੁੰਦੀ ਹੈ। ਸਮਾਂ ਆਇਆ, ਸਾਰੀ ਜਵਾਨੀ ਬੁਢੇਪਾ ਲੰਘ ਗਿਆ ਗੁਰੂ ਕੇ ਦਰ ਤੇ ਸੇਵਾ ਕਰਦਿਆਂ। ਅਖੀਰਲੇ ਵਕਤ
ਬੇਨਤੀ ਕੀਤੀ, ਮਹਾਰਾਜ ਮੈਂ ਰਮਦਾਸ ਜਾਣਾ ਚਾਹੁੰਦਾ। ਰਮਦਾਸ ਚਲੇ ਗਏ ਔਰ ਅੰਤਰ ਧਿਆਨ ਸਦਾ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਰਹਿੰਦੇ ਨੇ। ਤੇ ਇੱਕ ਬਚਨ ਕੀਤਾ ਸੀ ਮਹਾਰਾਜ ਨਾਲ, ਕਹਿੰਦੇ ਜਿਸ ਦਿਨ ਮੈਂ ਚੋਲਾ ਛੱਡਣਾ ਹੋਇਆ ਨਾ ਗੁਰੂ ਹਰਗੋਬਿੰਦ ਸਾਹਿਬ, ਮੈਂ ਫੁਰਨਾ ਕਰਾਂਗਾ ਤੇ ਮੇਰੇ ਫੁਰਨੇ ਨੂੰ ਸਮਝ ਕੇ ਬਾਪੂ ਦਰਸ਼ਨ ਦੇ ਜਾਈ। ਸਾਰਾ ਜੀਵਨ ਤੇਰੀ ਗੋਦ ਵਿੱਚ ਲੰਘਿਆ ਹੈ ਤੇ ਅੰਤਲਾ ਸਮਾਂ ਵੀ ਤੇਰੀ ਗੋਦ ਵਿੱਚ ਲੰਘਾਉਣਾ ਚਾਹੁੰਦਾ ਹਾਂ। ਅਖੀਰਲਾ ਸਮਾਂ ਆਇਆ, ਪੰਜ ਭੂਤਕ ਸਰੀਰ ਤਿਆਗਣਾ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕੀਤਾ ਤੇ ਆਵੇਗਾ ਕਿਉਂ ਨਹੀਂ, ਬਿਨ ਬੋਲਿਆ ਸਭ ਕੁਛ ਜਾਣਦਾ। ਗੁਰੂ ਦੀ ਅਜ਼ਮਤ ਹੈ, ਗੁਰੂ ਦੀ ਪਹੁੰਚ ਹੈ। 125 ਵਰੇ ਦੀ ਉਮਰ ਹੋ ਗਈ ਸੀ। ਇਹ 1631 ਈਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ ਵਿੱਚ ਨੇ ਚੋਲਾ ਤਿਆਗ ਦਿੱਤਾ। ਪੰਜ ਭੂਤਕ ਸਰੀਰ ਛੱਡ ਗਏ। ਗੁਰੂ ਹਰਗੋਬਿੰਦ ਸਾਹਿਬ ਨੇ ਉਡੀਕਿਆ ਬਾਬਾ ਸ਼੍ਰੀ ਚੰਦ ਜੀ ਆ ਜਾਣ। ਉਹ ਮਹਾਂਪੁਰਸ਼ ਆਏ ਤੇ ਫਿਰ ਇਹਨਾਂ ਹੱਥੀਂ ਸੰਸਕਾਰ ਕੀਤਾ ਬਾਬਾ ਬੁੱਢਾ ਜੀ ਦਾ। ਐਸੇ ਮਹਾਂਪੁਰਸ਼ਾਂ ਲਈ ਬਾਣੀ ਪਤਾ ਕੀ ਕਹਿੰਦੀ ਹੈ? ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਸਾਰਾ ਜੀਵਨ ਸੇਵਕ ਬਣ ਕੇ ਗੁਰੂ ਘਰ ਦੇ ਰਹੇ, ਹੁਕਮ ਦੂਲੀ ਨਹੀਂ ਕੀਤੀ, ਹੁਕਮ ਵਿੱਚ ਚੱਲੇ। ਤੇ ਜੇ ਹੁਣ ਦੁਨੀਆ ਤੋਂ ਗਏ ਨੇ ਤੇ ਚਿੱਤ ਵਿੱਚ ਟਿਕਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਏ ਨੇ, ਪਰਮ ਪਦਵੀ ਪਾ ਗਏ, ਅਕਾਲ ਪੁਰਖ ਵਿੱਚ ਅਪੇਦ ਹੋ ਗਏ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਹਾਸਲ ਕਰ ਲਿਆ। ਐਸੇ ਮਹਾਂਪੁਰਸ਼ਾਂ ਦੇ ਦਰ 'ਤੇ ਤੁਸੀਂ ਲੱਖਾਂ ਦੀ ਗਿਣਤੀ ਵਿੱਚ ਆਉਂਦੇ ਹੋ ਔਰ ਉਹਨਾਂ ਨੂੰ ਯਾਦ ਕਰਦੇ ਹੋ। ਬਾਬਾ ਬੁੱਢਾ ਜੀ ਸਰੀਰ ਕਰਕੇ ਗਏ ਨੇ, ਅੱਜ ਵੀ ਪ੍ਰਗਟ ਸਰੂਪ ਵਿੱਚ ਆਪਣੇ ਪਿਆਰਿਆਂ ਦੀਆਂ ਝੋਲੀਆਂ ਭਰਦੇ ਨੇ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਇਹ ਤੁਹਾਡਾ ਲੱਖਾਂ ਦਾ ਇਕੱਠ ਦਰਸਾਉਂਦਾ ਹੈ ਵੀ ਉਹ ਹਾਜ਼ਰਾ ਹਜ਼ੂਰ ਨੇ। ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਜਿੰਨੇ ਵੀ ਇੱਥੇ ਆਉਂਦੇ ਹੋ ਸਾਰਿਆਂ ਦੇ ਸਿਰ ਤੇ ਹਸਤ ਰੱਖ ਕੇ ਝੋਲੀਆਂ ਭਰਦੇ ਨੇ। ਬ੍ਰਹਮ ਗਿਆਨੀ ਆਪ ਨਿਰੰਕਾਰ, ਜਿਹੜਾ ਗੁਰੂ ਨਾਨਕ ਵਿੱਚ ਭੇਦ ਹੋਇਆ ਉਹਦਾ ਹੀ ਰੂਪ ਹੋ ਗਿਆ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਕਹਿੰਦੇ ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀਆਂ ਦੀ ਸੋਭਾ ਉਹਨਾਂ ਨੂੰ ਹੀ ਬਣ ਆਉਂਦੀ ਹੈ, ਹੋਰ ਕੋਈ ਉਦਾਹਰਣ ਕੀ ਦੇ ਸਕਦੇ ਹੈ। ਐਸੇ ਉਹ ਮਹਾਂਪੁਰਸ਼ ਹੋਏ, ਆਪ ਲੱਖਾਂ ਦੀ ਗਿਣਤੀ ਵਿੱਚ ਪਹੁੰਚੇ ਹੋ। ਸਭਨਾਂ ਦੀ ਹਾਜ਼ਰੀ ਪਾਤਸ਼ਾਹ ਪ੍ਰਵਾਨ ਕਰਨ। ਇੱਥੇ ਕੋਈ ਵੀ ਮਨ ਇੱਛਿਤ ਵਸਤੂ ਦੀ ਪ੍ਰਾਪਤੀ ਲਈ ਤੁਸੀਂ ਆਉਂਦੇ ਹੋ, ਸਤਿਪੁਰਸ਼ ਗੁਰੂ ਅਰਜਨ ਸਾਹਿਬ ਨੂੰ ਸਿਫਾਰਿਸ਼ ਕਰਕੇ ਤੁਹਾਡੀ ਝੋਲੀ ਭਰਾ ਦਿੰਦੇ ਨੇ। ਇੱਥੇ ਦੁੱਧ ਪੁੱਤ ਵਰਤਦਾ ਹੈ, ਰਿੱਧੀਆਂ ਸਿੱਧੀਆਂ ਵਰਤਦੀਆਂ ਨੇ, ਜੋ ਮੰਗਦੇ ਉਹ ਮਿਲਦਾ ਹੈ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜਿਵੇਂ ਬਾਬਾ ਬੁੱਢਾ ਜੀ ਸਾਰਾ ਜੀਵਨ ਗੁਰੂ ਕੇ ਹੁਕਮ ਵਿੱਚ ਚੱਲੇ, ਆਪਾਂ ਵੀ ਅਰਦਾਸ ਕਰੀਏ ਬਾਬਾ ਬੁੱਢਾ ਜੀ ਅੱਗੇ ਤੁਹਾਡੇ ਜੀਵਨ 'ਚੋਂ ਕਿਣਕਾ ਸਾਡੀ ਝੋਲੀ ਪਵੇ। ਅਸੀਂ ਵੀ ਖੁਦ ਖੁਦਾ ਗੁਰੂ ਨਾਨਕ ਗੁਰੂ ਗੋਬਿੰਦ ਦੇ ਹੁਕਮ ਵਿੱਚ ਚੱਲ ਕੇ ਜੀਵਨ ਸਫਲਾ ਕਰ ਲਈਏ। ਦਾਸ ਧੰਨਵਾਦ ਕਰਦਾ ਹੈ ਸਿੱਖ ਜਗਤ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜੋ ਇਹ ਮਹਾਨ ਗੁਰਮਤਿ ਸਮਾਗਮ ਕਰਵਾਉਂਦੇ ਨੇ। ਮੈਨੇਜਰ ਸਰਦਾਰ ਸਤਨਾਮ ਸਿੰਘ ਜੀ ਰਿਆੜ, ਜਿਨ੍ਹਾਂ ਦਾ ਹੁਕਮ ਸੀ ਆਪ ਸੰਗਤ ਦੇ ਦਰਸ਼ਨ ਕਰਨ ਦੇ ਲਈ, ਔਰ ਇੱਥੇ ਲੰਬੇਰਾ ਸਮਾਂ ਸੇਵਾਵਾਂ ਨਿਭਾਉਂਦੇ ਰਹੇ ਸਾਬਕਾ ਮੈਨੇਜਰ ਸਰਦਾਰ ਪਰਮਜੀਤ ਸਿੰਘ ਜੀ, ਸਾਡੇ ਮੁੰਡਾ ਪਿੰਡ ਤੋਂ ਹੀ ਨੇ, ਗਵਾਂਢੀ ਨੇ ਸਾਡੇ, ਔਰ ਅੱਜ ਵੀ ਇੱਥੇ ਉਸੇ ਤਰ੍ਹਾਂ ਹੀ ਰਿਟਾਇਰਮੈਂਟ ਤੋਂ ਬਾਅਦ ਸੇਵਾਵਾਂ ਨਿਭਾਉਂਦੇ ਨੇ। ਉਹਨਾਂ ਨੇ ਵੀ ਇਹ ਬਚਨ ਕੀਤਾ ਸੀ ਸੰਗਤਾਂ ਦੇ ਦਰਸ਼ਨ ਕਰਨੇ ਨੇ। ਸੈਕਟਰੀ ਗਿਆਨੀ ਜਗਦੇਵ ਸਿੰਘ ਜੀ ਵੀ ਇੱਥੇ ਬੈਠੇ ਨੇ। ਹੋਰ ਵੀ ਜਿਤਨੇ ਸਤਿਪੁਰਸ਼ ਬਾਬਾ ਗੁਰਨਾਮ ਸਿੰਘ ਜੀ ਡਰੌਲੀ ਵਾਲੇ ਇੱਥੇ ਬੈਠੇ ਹੋਏ ਨੇ। ਸਭ ਦਾ ਧੰਨਵਾਦ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।